ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਸੰਗਤ ਜੀ, ਜਿਸ ਤਰ੍ਹਾਂ ਆਪ ਜਾਣਦੇ ਹੋ, ਹਰੇਕ ਸ਼ੁੱਕਰਵਾਰ ਕੋਸ਼ਿਸ਼ ਹੁੰਦੀ ਹੈ ਕਿ ਉਹ ਸ਼ਬਦ ਭਗਤ ਬਾਣੀ ਦੇ ਲਏ ਜਾਣ ਜਿਨ੍ਹਾਂ ਦੀ ਸ਼ਬਦਾਵਲੀ ਥੋੜੀ ਆਮ ਵਰਤੋਂ 'ਚ ਘੱਟ ਆਉਂਦੀ ਹੈ ਜਾਂ ਉਹਨਾਂ ਦੇ ਬਹੁਤ ਡੂੰਘੇ ਭਾਵ ਅਰਥ ਹੁੰਦੇ ਨੇ, ਤਾਂ ਉਹਨਾਂ ਨੂੰ ਸਮਝਣ ਲਈ ਇੱਕ ਸ਼ਬਦ ਜਿਹੜਾ ਹਰ ਸ਼ੁੱਕਰਵਾਰ ਲਿਆ ਜਾਂਦਾ। ਅੱਜ ਦਾ ਸ਼ਬਦ ਸਕਰੀਨ ਤੇ ਤੁਹਾਡੇ ਸਾਹਮਣੇ ਡਿਸਪਲੇਡ ਹੈ ਜੀ। ਕਬੀਰ ਸਾਹਿਬ ਜੀ ਦਾ ਸੂਈ ਰਾਗ ਵਿੱਚ ਅਮਲ ਸਿਰਾਨੂੰ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਤੋ ਇਹਦੇ 'ਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਰਮਜ਼ਾਂ ਨੇ, ਤੇ ਇਸ ਕਰਕੇ ਇਸ ਸ਼ਬਦ ਦੀ ਵਿਆਖਿਆ ਜਿਹੜੀ ਹੈ ਉਹ ਰੱਖੀ ਗਈ ਹੈ। ਔਰ ਵਿਆਖਿਆ ਕਰਨਗੇ ਸਾਹਿਬ ਪ੍ਰਭ ਕੀਰਤਨ ਸਿੰਘ ਜੀ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਕਿਰਪਾ ਕਰਕੇ ਇਸ ਸ਼ਬਦ ਦੀ ਅਮਲ ਸਿਰਾਨੂੰ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ में। ਇਹ ਕਿਰਪਾ ਕਰਕੇ ਇਹ ਭਾਵ ਸਹਿਤ ਸਾਨੂੰ ਸਮਝਾਓ ਜੀ। ਕਿਰਪਾ ਕਰੋ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸ਼ਬਦ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲੇ ਆਓ ਇੱਕ ਵਾਰੀ ਪੂਰੇ ਸ਼ਬਦ ਦਾ ਪਾਠ ਕਰ ਲਈਏ ਜੀ। ਸੋਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ ਰਹਾ। ਕਰੋ ਅਰਦਾਸ ਗਾਂਵ ਕਿਛ ਬਾਕੀ, ਲਿਓ ਨਿਬੇਰ ਆਜ ਕੀ ਰਾਤੀ, किछ भी खर्च तुम्हारा सारो, सुबह निवाज सराय गुजारो, साध संग जाको हर रंग लगा, धन धन सो जन पुरख सुभागा, ईत ऊत जन सदा सुहेले, जन्म पदार्थ जीत अमोले, जागत सोया जन्म गवाया, माल धन जोरिया, भया पराया, कौ कबीर तेई नर भूले, खसम बिसार माटी संग रूले, कौ कबीर तेई नर भूले, खसम बिसार माटी संग रूले। ਗੁਰੂ ਪਿਆਰਿਓ, ਆਪ ਜੀ ਨੇ ਇਹ ਸ਼ਬਦ ਦਾ ਪਾਠ ਸੁਣਿਆ। ਇਹ ਸ਼ਬਦ ਕਬੀਰ ਜੀ ਨੇ ਸਾਨੂੰ ਜੋ ਉਪਦੇਸ਼ ਦੇਣ ਵਾਸਤੇ, ਇਹਦੇ ਜੋ ਮੇਨ ਉਪਦੇਸ਼ ਉਹਨਾਂ ਨੇ ਸਾਨੂੰ ਦਿੱਤਾ ਹੈ, ਉਹਦੇ ਵਿਚਾਰ ਆਪਾਂ ਪਹਿਲਾਂ ਕਰਾਂਗੇ ਜੀ। ਜਾਗਤ ਸੋਇਆ ਜਨਮ ਗਵਾਇਆ, चल दरहाल दीवान बुलाया, हर फरमान दरगाह का आया। दरहाल ਦਾ ਮਤਲਬ, ਹਾਲ ਦਾ ਜਿਹੜਾ ਸ਼ਬਦ ਹੈ ਇਹ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਹੁੰਦਾ ਹੈ
ਪ੍ਰੈਜ਼ੈਂਟ, ਜਿਹੜਾ ਮੌਜੂਦਾ ਸਮਾਂ ਹੈ, ਵਰਤਮਾਨ ਕਾਲ ਹੈ, ਉਹਨੂੰ ਹਾਲ ਕਹਿੰਦੇ ਨੇ। ਤੇ ਦਰ ਹਾਲ ਦਾ ਮਤਲਬ ਹੋ ਗਿਆ ਬਿਲਕੁਲ ਹੁਣੇ ਹੀ। ਇੱਥੇ ਕਬੀਰ ਜੀ ਕਹਿ ਰਹੇ ਹਨ ਕਿ ਇਹ ਅਵਸਥਾ ਸਾਡੇ ਸਾਰਿਆਂ ਦੇ ਉੱਤੇ ਆਉਣੀ ਹੈ। ਇੱਕ ਦਿਨ ਐਸਾ ਆਏਗਾ ਜਦੋਂ ਸਾਨੂੰ ਜਿੰਨੇ ਸਵਾਸ ਮਿਲੇ ਨੇ, ਜੋ ਸਾਡੀ ਆਯੂ ਲਿਖੀ ਹੋਈ ਹੈ, ਉਹ ਪੂਰੀ ਹੋ ਜਾਣੀ ਹੈ। ਜਿੰਨਾ ਮੌਕਾ ਸਾਨੂੰ ਅਕਾਲ ਪੁਰਖ ਨੇ ਇਸ ਜਗਤ ਦੇ ਵਿੱਚ ਜੀਵਨ ਜੀ ਕੇ ਆਪਣਾ ਜਨਮ ਸਫਲਾ ਕਰਨ ਲਈ ਜਿੰਨਾ ਸਮਾਂ ਸਾਨੂੰ ਮਿਲਿਆ, ਉਹ ਇੱਕ ਦਿਨ ਉਹਦੀ ਹੱਦ ਜਿਹੜੀ ਹੈ ਉਹ ਅਸੀਂ ਕ੍ਰਾਸ ਕਰ ਜਾਣਾ, ਉਹ ਪੂਰਾ ਹੋ ਜਾਣਾ। ਤੇ ਫਿਰ ਜਦੋਂ ਸਮਾਂ ਪੂਰਾ ਹੋ ਗਿਆ ਤੇ ਫਿਰ ਉਸ ਵੇਲੇ ਕੀ ਹੋਏਗਾ? ਉਸ ਵੇਲੇ ਕੁਝ ਇਸ ਤਰ੍ਹਾਂ ਦੀ ਹਾਲਤ ਹੋਏਗੀ, ਕਬੀਰ ਜੀ ਨੇ ਸਾਨੂੰ ਉਹਦੀ ਯਾਦ ਦਿਵਾਈ। ਕਹਿੰਦੇ ਫਿਰ ਸਾਨੂੰ, ਜਦੋਂ ਅਸੀਂ ਉਹ ਸਮਾਂ ਪੂਰਾ ਕਰ ਲਵਾਂਗੇ, ਫਿਰ ਸਾਨੂੰ ਜੋ ਗੱਲ ਕਹੀ ਜਾਣੀ ਹੈ ਉਹ ਇਹ ਹੈ ਕਿ ਚੱਲ ਦਰਹਾਲ ਦੀਵਾਨ ਬੁਲਾਇਆ। ਕਿ ਚੱਲ, ਹੁਣੇ ਹੀ ਚੱਲ, ਛੇਤੀ ਚੱਲ, ਤੈਨੂੰ ਦੀਵਾਨ ਦੇ ਵਿੱਚ ਲੈ ਕੇ ਜਾਣਾ, ਉੱਥੇ ਬੁਲਾਇਆ। ਇੱਥੇ ਦੀਵਾਨ ਦਾ ਅਰਥ ਕੋਈ ਵੱਡਾ ਕਮਰਾ ਜਾਂ ਜਿੱਥੇ ਕੋਈ ਵੱਡਾ ਆਦਮੀ ਉੱਚੀ ਕੁਰਸੀ ਲਾ ਕੇ ਬੈਠਾ ਹੋਇਆ, ਉਹ ਗੱਲ ਨਹੀਂ ਹੈ। ਦੀਵਾਨ ਦਾ ਮਤਲਬ ਇਹ ਹੈ ਕਿ ਜਿਵੇਂ ਅਸੀਂ ਇੱਕ ਦੀਵਾਨ ਲੱਗੇ ਦੇ ਵਿੱਚ, ਅਸੀਂ ਗੁਰਦੁਆਰਾ ਸਾਹਿਬ ਵਿੱਚ ਵੀ ਜਾਂਦੇ ਹਾਂ ਤੇ ਕਹਿੰਦੇ ਹਾਂ ਦੀਵਾਨ ਲੱਗਾ, ਇਸੇ ਤਰ੍ਹਾਂ ਹੀ ਦਰਬਾਰ ਲਫ਼ਜ਼ ਵੀ ਵਰਤਿਆ ਜਾਂਦਾ ਸੀ ਕਿ ਜਦੋਂ ਅਸੀਂ ਦਰਬਾਰ ਦੇ ਜਾਂਦੇ ਹਾਂ ਜਾਂ ਦੀਵਾਨ ਦੇ ਵਿੱਚ ਜਾਂਦੇ ਹਾਂ, ਤੇ ਉਸ ਦੀਵਾਨ ਦਾ ਜਿਹੜਾ ਮੁਖੀ ਵਿਅਕਤੀ ਹੈ, ਜਿਹੜਾ ਉਹਨੂੰ ਹੈਡ ਕਰ ਰਿਹਾ ਹੁੰਦਾ ਹੈ, ਜਿਹਦੀ ਹਜ਼ੂਰੀ ਦੇ ਵਿੱਚ ਇਹ ਦੀਵਾਨ ਲੱਗਾ ਹੁੰਦਾ ਹੈ, ਅਸਲ ਵਿੱਚ ਅਸੀਂ ਉਹਦੀ ਹਜ਼ੂਰੀ ਵਿੱਚ ਜਾ ਰਹੇ ਹੁੰਦੇ ਹਾਂ। ਜਦੋਂ ਅਸੀਂ ਚਾਹੇ ਕਿਸੇ ਰਾਜੇ ਦੀ ਹਜ਼ੂਰੀ ਜਾਈਏ ਜਾਂ ਸਤਿਗੁਰੂ ਦੀ ਹਜ਼ੂਰੀ ਜਾਈਏ, ਤੇ ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਉਹ ਦੀਵਾਰਾਂ ਕੈਸੀਆਂ ਹਨ, ਕੱਚੀਆਂ ਹਨ ਕਿ ਸੋਨੇ ਦੀਆਂ ਬਣੀਆਂ ਹਨ। ਉਹਦੀ ਕੋਈ ਇੰਪੋਰਟੈਂਸ ਨਹੀਂ। ਉਹ ਫਾਲਤੂ ਦੀਆਂ ਚੀਜ਼ਾਂ ਹਨ। ਅਸੀਂ ਆਪਣੀ ਤਸੱਲੀ ਲਈ ਜੋ ਵੀ ਬਣਾਇਆ ਹੋਵੇ, ਕਿੰਨਾ ਸੋਹਣਾ ਬਣਾਇਆ ਹੋਵੇ, ਲੇਕਿਨ ਅਸੀਂ ਜਾਣਾ ਕਿੱਥੇ ਹੁੰਦਾ ਹੈ? ਦੀਵਾਨ ਦਾ ਅਰਥ ਇਹ ਨਹੀਂ ਕਿ ਉਹ ਖਾਸ ਤਰੀਕੇ ਨਾਲ ਬਣਿਆ ਹੋਇਆ ਕਮਰਾ ਹੋਵੇ, ਬੜਾ ਸ਼ਾਨਦਾਰ ਹੋਵੇ, ਸ਼ਾਨੋ ਸ਼ੌਕਤ ਹੋਵੇ, ਰੌਸ਼ਨੀਆਂ ਹੋਣ, ਕੀਮਤੀ ਚੀਜ਼ਾਂ ਲੱਗੀਆਂ ਹੋਣ। ਇਹ ਦੀਵਾਨ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ। ਦੀਵਾਨ ਦੀ ਨਿਸ਼ਾਨੀ ਇਹ ਹੈ ਕਿ ਜਿੱਥੇ ਦੀਵਾਨ ਲਗਾਉਣ ਵਾਲਾ ਜਿਹੜਾ ਸਭ ਤੋਂ ਵੱਡਾ ਵਿਅਕਤੀ, ਜਿਹਦੇ ਕੋਲ ਅਸੀਂ ਜਾਣਾ ਹੈ, ਜਿਹਦੀ ਹਜ਼ੂਰੀ 'ਚ ਅਸੀਂ ਜਾਣਾ, ਉਹ ਉੱਥੇ ਹੈ ਜਾਂ ਨਹੀਂ ਹੈ। ਤੋ ਇੱਥੇ ਵੀ ਉਹੀ ਮਤਲਬ ਹੈ ਕਿ ਚੱਲ, ਛੇਤੀ ਨਹੀਂ ਚੱਲ, ਤੈਨੂੰ ਪ੍ਰਭੂ ਨੇ ਆਪਣੀ ਹਜ਼ੂਰੀ ਦੇ ਵਿੱਚ ਬੁਲਾਇਆ। ਹਰ ਫਰਮਾਨ ਦਰਗਾਹ ਕਾ ਹੈ। ਹੁਣ ਇਹ ਪ੍ਰਭੂ ਦੀ ਹਜ਼ੂਰੀ ਤੋਂ, ਉਹਦੀ ਦਰਗਾਹ ਤੋਂ, ਦਰਗਾਹ ਦਾ ਵੀ ਅਰਥ ਉਹੀ ਹੈ ਜਿਹੜਾ ਅਸੀਂ ਦੀਵਾਨ ਦਾ ਅਰਥ ਕੀਤਾ ਹੈ, ਕਿ ਉਹਦੀ ਹਜ਼ੂਰੀ ਤੋਂ ਹੁਕਮ ਆਇਆ ਹੈ, ਭਾਵ ਉਹਦਾ ਹੁਕਮ ਆਇਆ ਹੈ। ਉਹਨੇ ਆਪ ਆ ਕੇ ਕਿਹਾ ਜਾਂ ਉਹਦੇ ਬਿਹਾਫ ਤੇ ਕਿਸੇ ਨੇ ਕਿਹਾ ਹੈ? ਕਿਉਂਕਿ ਹੁਕਮ ਤਾਂ ਜਿਹੜਾ ਵੱਡਾ ਆਦਮੀ ਹੈ ਉਹ ਆਪ ਨਹੀਂ ਆ ਕੇ ਡਿਲੀਵਰ ਕਰਦਾ, ਤਾਂ ਉਹਦੀ ਹਜ਼ੂਰੀ ਤੋਂ ਹੁਕਮ ਆਇਆ। ਪਰ ਉਹਦੀ ਵਕਤ ਉਹੀ ਹੁੰਦੀ ਹੈ ਜੋ ਉਸ ਰਾਜੇ ਦੀ ਜਾਂ ਉਸ ਸਤਿਗੁਰੂ ਦੀ ਜਾਂ ਉਸ ਬਾਦਸ਼ਾਹ ਦੀ ਵਕਤ ਹੁੰਦੀ ਹੈ। ਕਿ ਜੇ ਉਹਦਾ ਹੁਕਮ ਹੈ, ਚਾਹੇ ਕੋਈ ਆ ਕੇ ਦੇਵੇ, ਹੁਕਮ ਤਾਂ ਉਹੀ ਹੈ। ਤਾਂ ਪ੍ਰਭੂ ਦੀ ਦਰਗਾਹ ਤੋਂ, ਪ੍ਰਭੂ ਦੀ ਹਜ਼ੂਰੀ ਤੋਂ ਹੁਣ ਹੁਕਮ ਆ ਗਿਆ ਹੈ। ਕੀ ਹੁਕਮ ਆ ਗਿਆ? ਕਿ ਫਟਾਫਟ ਚੱਲ, ਹੁਣ ਤੇਰਾ ਇੱਥੇ ਦਾ ਸਮਾਂ ਖਤਮ ਹੋ ਗਿਆ, ਤੇ ਹੁਣ ਜਿਹੜਾ ਹੈ ਤੈਨੂੰ ਉੱਥੇ ਚੱਲ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚੱਲਣਾ। ਹੁਣ ਇਹ ਦਰਅਸਲ ਇਹ ਇੱਕ ਡਰਾਮੈਟਿਕ ਵੇ 'ਚ ਧਾਰਮਿਕ ਦੁਨੀਆ ਦੇ ਵਿੱਚ ਇਸ ਤਰ੍ਹਾਂ ਹੀ ਕਿਹਾ ਜਾਂਦਾ ਹੈ। ਅਸੀਂ ਹੋਰ ਵੀ ਇਹਦੇ ਵਿੱਚ ਜਿਹੜੇ ਚਿੰਨ੍ਹ ਵਰਤੇ ਗਏ ਨੇ ਉਹਨਾਂ ਦੀ ਵੀ ਗੱਲ ਅੱਗੇ ਕਰਾਂਗੇ। ਪਰ ਇਹਦਾ ਭਾਵ ਦਰਅਸਲ ਇਹ ਹੈ ਕਿ ਇੱਕ ਦਿਨ ਸਾਡਾ ਐਸਾ ਆਉਣਾ ਜਦੋਂ ਸਾਨੂੰ ਜਿੰਨਾ ਸਮਾਂ ਇਸ ਜਗਤ ਦੇ ਵਿੱਚ ਮਿਲਿਆ ਉਹ ਖਤਮ ਹੋ ਜਾਣਾ। ਤੇ ਜਦੋਂ ਜਿਹਦਾ ਸਮਾਂ ਮੁੱਕ ਜਾਂਦਾ, ਉਸ ਤੋਂ ਬਾਅਦ ਫਿਰ ਹੋਰ ਸਮਾਂ ਨਹੀਂ ਮਿਲਦਾ। ਜਦੋਂ ਸਮਾਂ ਹੀ ਮੁੱਕ ਗਿਆ, ਫਿਰ ਹੋਰ ਕੀ ਮਿਲਣਾ? ਹੋਰ ਕੋਈ ਮੌਕਾ ਨਹੀਂ ਮਿਲਦਾ। ਫਿਰ ਇਹ ਹੈ ਕਿ ਉਸ ਤੋਂ ਬਾਅਦ ਸਾਡੇ ਕੋਲ ਦੁਬਾਰਾ ਇਸ ਜੀਵਨ ਦੇ ਵਿੱਚ ਦੁਬਾਰਾ ਇਹਨੂੰ ਜੀ ਕੇ ਇਹਨੂੰ ਹੋਰ ਚੰਗਾ ਬਣਾਉਣ ਦਾ ਕੋਈ ਮੌਕਾ ਨਹੀਂ। ਦੁਨੀਆ ਦੇ ਅਰਥ ਵਿੱਚ ਵੀ ਜਿਹੜਾ ਹੈਗਾ ਉਹ ਜਦੋਂ ਅਸੀਂ ਜਾਂਦੇ ਹਾਂ, ਕੋਈ ਪੇਪਰ ਦੇ ਵਿੱਚ ਬੈਠਦੇ ਹਾਂ, ਕਿਸੇ ਹੋਰ ਥਾਂ ਤੇ ਬੈਠਦੇ ਹਾਂ ਜਿੱਥੇ ਸਮਾਂ ਨਿਯਤ ਹੁੰਦਾ, ਤੇ ਜਦੋਂ ਸਮਾਂ ਪੂਰਾ ਹੋ ਜਾਂਦਾ ਤੇ ਉਦੋਂ ਸਾਨੂੰ ਉੱਥੋਂ ਜਾਣਾ ਪੈਂਦਾ, ਛੱਡ ਕੇ ਜਾਣਾ ਪੈਂਦਾ। ਜੇ ਪੇਪਰ ਮੇਰਾ ਪੂਰਾ ਨਹੀਂ ਹੋਇਆ, ਮੈਨੂੰ ਲੱਗਦਾ ਹਾਲੇ ਮੇਰੀ ਪਰਫਾਰਮੈਂਸ ਅੱਛੀ ਨਹੀਂ ਹੈਗੀ, ਤੇ ਮੈਂ ਜਿੰਨਾ ਮਰਜ਼ੀ ਰੌਲਾ ਪਾਉਂਦਾ ਰਵਾਂ, ਮੇਰਾ ਪੇਪਰ ਲੈ ਹੀ ਲਿਆ ਜਾਣਾ, ਤਾਂ ਮੈਨੂੰ ਕੱਢ ਦਿੱਤਾ ਜਾਣਾ ਉਸ ਥਾਂ ਤੋਂ ਵੀ ਹੁਣ ਤੇਰਾ ਸਮਾਂ ਪੂਰਾ ਹੋ ਗਿਆ, ਹੁਣ ਤੂੰ ਜਾ।
ਇਸੇ ਤਰ੍ਹਾਂ ਹੀ ਜਦੋਂ ਵੀ ਕਿਤੇ ਸਮਾਂ ਮੁੱਕ ਜਾਂਦਾ ਹੈ ਤਾਂ ਫਿਰ ਉਹਨੂੰ ਉੱਥੇ ਮਤਲਬ ਛੱਡ ਕੇ ਤੇ ਨਿਕਲਣਾ ਪੈਂਦਾ। ਤੋ ਇੱਥੇ ਵੀ ਕਹਿੰਦੇ ਦਰ ਦਰਹਾਲ ਦੀਵਾਨ ਬੁਲਾਇਆ। ਦੀਵਾਨ ਦਾ ਭਾਵ ਹੈ, ਦੀਵਾਨ ਭਾਵ ਉਹਦੀ ਹਜ਼ੂਰੀ ਦੇ ਵਿੱਚ ਤੈਨੂੰ ਬੁਲਾਇਆ ਗਿਆ, ਹੁਣ ਤੂੰ ਚੱਲ ਉੱਥੇ, ਹੁਣੇ ਹੀ ਚੱਲ। ਹੁਣ ਇਹਦੇ 'ਚ ਕੋਈ ਬਿਲਕੁਲ ਨਵੀਂ ਗੱਲ ਨਹੀਂ ਹੈ। ਜਿਵੇਂ ਮੈਂ ਅੱਗੇ ਗੱਲ ਕੀਤੀ ਹੈ ਕਿ ਦੁਨਿਆਵੀ ਤੌਰ ਤੇ ਵੀ ਜਦੋਂ ਸਾਨੂੰ ਸਮਾਂ ਮਿਲਦਾ ਹੈ, ਪੂਰਾ ਹੋ ਜਾਂਦਾ ਹੈ, ਤਾਂ ਫਿਰ ਸਾਨੂੰ ਦੁਬਾਰਾ ਆਪਣੇ ਕੰਮ ਨੂੰ ਦੁਬਾਰਾ ਜਾਂ ਹੋਰ ਚੰਗੇ ਤਰੀਕੇ ਨਾਲ ਕਰਨ ਦਾ ਮੌਕਾ ਨਹੀਂ ਮਿਲਦਾ। ਔਰ ਇਹ ਹਰ ਥਾਂ ਤੇ ਹੁੰਦਾ। ਅਸੀਂ ਆਮ ਜੀਵਨ ਦੇ ਵਿੱਚ ਕਹਿੰਦੇ ਵੀ ਮੌਕਾ ਮਿਲਿਆ ਸੀ ਪਰ ਖੁੰਝ ਗਿਆ, ਇਹ ਬਿਜ਼ਨਸ ਮਿਲਿਆ ਸੀ, ਇਹ ਮੈਂ ਗਵਾ ਲਿਆ, ਮੈਨੂੰ ਉਸ ਵੇਲੇ ਗਲਤੀ ਹੋ ਗਈ, ਮੈਂ ਉਹਨੂੰ ਨਹੀਂ ਅਵੇਲ ਕਰ ਸਕਿਆ, ਪਰ ਹੁਣ ਨਹੀਂ ਮਿਲ ਸਕਦਾ ਉਹ ਮੌਕਾ। ਮੈਂ ਨੌਕਰੀ ਕਰ ਰਿਹਾ ਤੇ ਮੈਨੂੰ ਪ੍ਰਮੋਸ਼ਨ ਦਾ ਮੌਕਾ ਮਿਲਿਆ ਸੀ ਤੇ ਮੈਂ ਜਿਹੜਾ ਉਹ ਛੱਡ ਗਿਆ। ਤਾਂ ਇਸ ਤਰੀਕੇ ਦੇ ਨਾਲ ਸਾਨੂੰ ਇਮਤਿਹਾਨ ਹੋਵੇ, ਨੌਕਰੀ ਹੋਵੇ, ਬਿਜ਼ਨਸ ਹੋਵੇ, ਕਈ ਵਾਰੀ ਸਾਡੇ ਰਿਸ਼ਤਿਆਂ ਦੇ ਵਿੱਚ ਵੀ ਤਰੇੜਾਂ ਪੈ ਜਾਂਦੀਆਂ ਹਨ, ਜਿਹਦੇ ਕਰਕੇ ਫਿਰ ਸਾਡੇ ਕੋਲੋਂ ਰਿਸ਼ਤੇ ਦੁਬਾਰਾ ਰੀਬਿਲਡ ਕਰਨੇ ਔਖੇ ਹੋ ਜਾਂਦੇ ਹਨ। ਤੇ ਫਿਰ ਸਾਨੂੰ ਪਛਤਾਵਾ ਲੱਗਦਾ ਵੀ ਉਹ ਸਮਾਂ ਸੀ ਜਦੋਂ ਮੈਂ ਇਸ ਰਿਸ਼ਤੇ ਨੂੰ ਸੰਭਾਲ ਸਕਦਾ ਸੀ, ਹੁਣ ਨਹੀਂ ਕੁਝ ਹੋ ਸਕਦਾ। ਕਹਿਣ ਤੋਂ ਭਾਵ ਇਹ ਹੈ ਕਿ ਮੌਕਾ ਸਾਨੂੰ ਕਾਫੀ ਮਿਲਦਾ ਹੈ, ਇੰਨਾ ਸਮਾਂ ਮਿਲਦਾ ਹੈ ਜਿਹਦੇ 'ਚ ਅਸੀਂ ਬਹੁਤ ਕੁਝ ਕਰ ਸਕਦੇ ਹੁੰਦੇ ਹਾਂ। ਉਸ ਹਿਸਾਬ ਨਾਲ ਹੀ ਮਿਲ ਜਾਂਦਾ ਹੈ ਆਮ ਤੌਰ ਤੇ ਸਾਨੂੰ। ਪਰ ਜਦੋਂ ਉਹ ਮੌਕਾ ਲੰਘ ਜਾਂਦਾ ਤੇ ਫਿਰ ਅਸੀਂ ਉਹਨੂੰ ਰੀਡੂ ਰੀਲਿਵ ਨਹੀਂ ਕਰ ਸਕਦੇ। ਉਸ ਤੋਂ ਬਾਅਦ ਉਹ ਦੁਬਾਰਾ ਕੰਮ ਨਹੀਂ ਹੋ ਸਕਦਾ। ਤੇ ਸਫਲ ਕੌਣ ਹੁੰਦਾ ਹੈ? ਜਦੋਂ ਮੌਕਾ ਮਿਲਿਆ, ਜਿਹਨੇ ਉਸ ਮੌਕੇ ਦਾ ਫਾਇਦਾ ਉਠਾ ਲਿਆ, ਉਸ ਮੌਕੇ ਦੇ ਮੁਤਾਬਕ ਆਪਣਾ ਬਿਹੇਵੀਅਰ ਉਸ ਤਰੀਕੇ ਨਾਲ ਕਰ ਲਿਆ, ਉਸ ਵੇਲੇ ਜੋ ਕੰਮ ਕਰਨਾ ਸੀ ਉਹ ਕਰ ਲਿਆ, ਸਿੰਸੀਅਰਲੀ ਕਰ ਲਿਆ, ਡਿਵੋਟਿਡ ਹੋ ਕੇ ਕਰ ਲਿਆ, ਤਾਂ ਫਿਰ ਉਹਨੂੰ ਸਫਲਤਾ ਮਿਲ ਜਾਂਦੀ ਹੈ। ਤੇ ਸਾਡੀ ਜੀਵਨ ਦੇ ਵਿੱਚ ਸਾਡੇ ਬਜ਼ੁਰਗ, ਸਾਡੇ ਵੱਡੇ, ਸਾਡੇ ਟੀਚਰ ਜਾਂ ਹੋਰ ਕੋਈ ਵੀ ਸਾਨੂੰ ਜਿਹੜੀ ਦੁਨੀਆ ਦੀ ਸਭ ਤੋਂ ਚੰਗੀ ਸਲਾਹ ਦੇ ਸਕਦੇ ਨੇ ਨਾ, ਉਹ ਇਹੀ ਹੁੰਦੇ ਹਨ ਕਿ ਇਹ ਸਮਾਂ ਬੜਾ ਕੀਮਤੀ ਹੈ ਭਾਈ, ਇਹਦਾ ਫਾਇਦਾ ਉਠਾ ਲਓ। ਇਹ ਬਚਪਨ ਤੋਂ ਸਾਨੂੰ ਇਹ ਗੱਲ ਕਹੀ ਜਾਣੀ ਸ਼ੁਰੂ ਹੋ ਜਾਂਦੀ ਹੈ, ਮਾਪਿਆਂ ਵੱਲੋਂ, ਟੀਚਰਸ ਵੱਲੋਂ, ਹੋਰਾਂ ਵੱਲੋਂ, ਕਿ ਤੁਸੀਂ ਇਸ ਸਮੇਂ ਨੂੰ ਚੰਗੀ ਤਰ੍ਹਾਂ ਫਾਇਦਾ ਉਠਾ ਕੇ ਤੇ ਆਪਣੇ ਆਪ ਨੂੰ ਇੰਪਰੂਵ ਕਰ ਲਓ। ਉੱਥੇ ਜੀਵਨ ਦੇ ਵਿੱਚ ਤਾਂ ਚਲੋ ਠੀਕ ਹੈ, ਜ਼ਿੰਦਗੀ ਇਸ ਤਰ੍ਹਾਂ ਚੱਲਦੀ ਹੈ ਕਿ ਇੱਕ ਮੌਕਾ ਖੁੰਝ ਗਿਆ। ਚਲੋ ਮੈਂ ਡਾਕਟਰ ਬਣਨ ਦੀ ਪੜ੍ਹਾਈ ਕਰਨੀ ਸੀ, ਮੈਂ ਜਦੋਂ ਦਾਖਲੇ ਦਾ ਟਾਈਮ ਆਇਆ ਮੈਂ ਸੀਰੀਅਸ ਨਹੀਂ ਸੀ, ਉਹ ਮੌਕਾ ਖੁੰਝ ਗਿਆ। ਚਲੋ ਮੈਂ ਡਾਕਟਰ ਨਹੀਂ ਬਣਿਆ, ਮੈਂ ਕੁਝ ਹੋਰ ਬਣ ਜਾਵਾਂਗਾ, ਮੈਂ ਬਿਜ਼ਨਸਮੈਨ ਬਣ ਜਾਵਾਂਗਾ, ਮੈਂ ਨੌਕਰੀ ਚੰਗੀ ਹੋਰ ਕੋਈ ਲੈ ਲਵਾਂਗਾ। ਸਾਨੂੰ ਹੋਰ ਤੋਂ ਬਾਅਦ ਹੋਰ ਮੌਕੇ ਮਿਲਦੇ ਰਹਿੰਦੇ। ਪਰ ਇਹ ਜਿਹੜਾ ਜੀਵਨ ਦਾ ਮੌਕਾ ਸਾਨੂੰ ਮਿਲਿਆ ਨਾ, ਇਹ ਸਾਨੂੰ ਲੱਗਦਾ ਹੈ ਕਿ ਉਹ ਜਿਵੇਂ ਸਾਨੂੰ ਇੱਕ ਮੌਕਾ ਉੱਥੇ ਖੁੰਝ ਗਿਆ ਸੀ ਤੇ ਅਸੀਂ ਫਿਰ ਇੱਥੇ ਵੀ ਉੱਥੇ ਸਾਨੂੰ ਦੁਬਾਰਾ ਮੌਕਾ ਮਿਲ ਗਿਆ। ਇਹ ਜੀਵਨ ਵਿੱਚ ਵੀ ਜੇ ਅਸੀਂ ਖੁੰਝ ਜਾਵਾਂਗੇ ਤੇ ਤਾਂ ਕੀ, ਚਲੋ ਇਹ ਨਹੀਂ ਤਾਂ ਦੂਜਾ ਮੌਕਾ ਮਿਲ ਜਾਏਗਾ। ਬਸ ਇੱਥੇ ਹੀ ਫਰਕ ਹੈ ਕਿ ਜੀਵਨ ਦੀ ਸਮਾਪਤੀ ਦਾ ਸਮਾਂ ਐਸਾ ਹੈ ਕਿ ਉਦੋਂ ਫਾਈਨਲੀ ਸਾਡਾ ਸਮਾਂ ਖਤਮ ਹੋ ਜਾਣਾ। ਸਾਨੂੰ ਆਦਤ ਜੀਵਨ ਭਰ ਦੇ ਵਿੱਚ ਪੈ ਜਾਂਦੀ ਹੈ, ਅਸੀਂ ਜੀਵਨ ਦੇ ਵਿੱਚ ਬੜੇ ਮੌਕੇ ਸਾਨੂੰ ਮਿਲਦੇ ਹਨ, ਅਕਸਰ ਅਸੀਂ ਉਹਨਾਂ ਦਾ ਫਾਇਦਾ ਉਠਾ ਲੈਂਦੇ ਹਾਂ ਤੇ ਬੜੀ ਵਾਰੀ ਅਸੀਂ ਉਹਦੇ ਤੋਂ ਉੱਕ ਵੀ ਜਾਂਦੇ ਹਾਂ, ਫੇਲ ਵੀ ਹੋ ਜਾਂਦੇ ਹਾਂ। ਪਰ ਫਿਰ ਉਸ ਤੋਂ ਬਾਅਦ ਦੁਬਾਰਾ ਆਪਣਾ ਕੰਮ ਵਿੱਚ ਰੁੱਝ ਜਾਂਦੇ ਆ, ਇਹ ਸੋਚ ਕੇ ਕਿ ਕੋਈ ਨਹੀਂ, ਇੱਕ ਮੌਕਾ ਲੰਘ ਗਿਆ, ਹੁਣ ਹੋਰ ਮਿਲੇਗਾ ਤੇ ਫਿਰ ਮੈਂ ਉਹਦਾ ਪੂਰਾ ਫਾਇਦਾ ਉਠਾਵਾਂਗਾ, ਮੈਂ ਹੁਣ ਤਿਆਰ ਰਹਾਂਗਾ। ਇੱਥੇ ਸਾਨੂੰ ਬਾਰ-ਬਾਰ ਮੌਕਾ ਮਿਲਦਾ ਹੈ। ਪਰ ਜਦੋਂ ਅਸੀਂ ਸਮੁੱਚੇ ਜੀਵਨ ਨੂੰ ਦੇਖੀਏ, ਫਿਰ ਸਾਨੂੰ ਲੱਗਦਾ ਹੈ, ਇਦਾਂ ਦੀ ਆਦਤ ਪੈ ਜਾਂਦੀ, ਲੱਗਦਾ ਹੈ ਕਿ ਸ਼ਾਇਦ ਜੀਵਨ ਦੀ ਸਮਾਪਤੀ ਵੀ ਜਦੋਂ ਹੋਏਗੀ ਤਾਂ ਸ਼ਾਇਦ ਸਾਨੂੰ ਫਿਰ ਮੌਕਾ ਮਿਲ ਜਾਏ। ਅਸੀਂ ਉਸੇ ਤਰ੍ਹਾਂ ਦੇ ਹੀ ਮੌਕੇ ਭਾਲਦੇ ਰਹਿੰਦੇ ਹਾਂ। ਪਰ ਨਹੀਂ, ਇਹ ਐਸਾ ਹੁੰਦਾ ਨਹੀਂ ਹੈ। ਇਹ ਬਿਲਕੁਲ ਨਹੀਂ ਹੁੰਦਾ, ਕਿਉਂਕਿ ਜਦੋਂ ਪੂਰਾ ਸਮਾਂ ਮੁੱਕ ਜਾਂਦਾ ਫਿਰ ਤੇ ਇਹ ਕਿਹਾ ਜਾਂਦਾ ਵੀ ਹੁਣ ਤੂੰ ਉੱਠ, ਤੇਰਾ ਇੱਥੋਂ ਉੱਠਣ ਦਾ ਟਾਈਮ ਆ ਗਿਆ, ਤੇਰੇ ਜਾਣ ਦਾ ਸਮਾਂ ਆ ਗਿਆ, ਹੁਣ ਕੋਈ ਹੋਰ ਮੌਕਾ ਨਹੀਂ। ਜਦੋਂ ਫਾਈਨਲ ਜਿਹੜਾ ਪਰਦਾ ਸਾਡੇ ਜਿਹੜੀ ਹੈਗੀ ਨਾ ਗੱਲ ਉਹਦੇ ਉੱਤੇ ਪੈ ਜਾਏਗਾ ਤੇ ਫਿਰ ਉਸ ਤੋਂ ਬਾਅਦ ਸਾਨੂੰ ਕੋਈ ਹੋਰ ਮੌਕਾ ਨਹੀਂ ਮਿਲਣਾ। ਹੁਣ ਇਹਦੀਆਂ ਉਦਾਹਰਨਾਂ ਦੇ ਕੇ ਸਾਨੂੰ ਕਬੀਰ ਜੀ ਨੇ ਸਮਝਾਇਆ। ਕੁਛ ਦੇ ਹਿੱਸੇ ਦੀ ਅਸੀਂ ਪਿਛਲੇ ਹਫ਼ਤੇ ਵੀ ਥੋੜੀ ਜਿਹੀ ਪਹਿਲੇ ਸ਼ਬਦਾਂ ਦੀ ਰੈਫਰੈਂਸ ਦੇ ਵਿੱਚ ਵਿਚਾਰ ਕੀਤੀ ਸੀ। ਆਓ ਇੱਕ ਵਾਰੀ ਉਹਦੀ ਫਿਰ ਥੋੜਾ ਜਿਹਾ ਵਿਚਾਰ ਕਰ ਲਈਏ। ਪਹਿਲੇ ਪੈਰੇ ਦੇ ਵਿੱਚ ਗੁਰੂ ਕਬੀਰ ਜੀ ਸਾਨੂੰ ਫਰਮਾਉਂਦੇ ਹਨ ਕਿ ਅਮਲ ਸਿਰਾਨੋ ਲੇਖਾ ਦੇਣਾ। ਹੁਣ ਜਦੋਂ ਉਹ ਕਹਿੰਦੇ ਨੇ ਕਿ ਅਮਲ ਸਿਰਾਨੋ, ਉਹ ਸਮਾਂ ਜਿਹਦੇ ਵਿੱਚ ਤੂੰ ਕੰਮ ਕਰਨਾ ਸੀ, ਅਮਲ ਕਰਨਾ ਸੀ, ਜਾਂ ਤੂੰ ਨੌਕਰੀ ਕਰਨੀ ਸੀ ਜਾਂ ਕਮਾਈ ਕਰਨੀ ਸੀ, ਉਹ ਬੀਤ ਗਿਆ, ਸਿਰਾਨੋ ਮਤਲਬ ਲੰਘ ਗਿਆ। ਜਿਹੜਾ ਅਮਲ ਦਾ ਮੌਕਾ ਸੀ, ਕੰਮ ਕਰਨ ਦਾ ਮੌਕਾ ਸੀ, ਕਮਾਈ ਕਰਨ ਦਾ ਮੌਕਾ ਸੀ,
ਉਹ ਲੰਘ ਗਿਆ ਤੇ ਫਿਰ ਉਹਦਾ ਹੁਣ ਹਿਸਾਬ ਦੇਣਾ। ਤੇ ਅੱਗੇ ਕਹਿੰਦੇ ਹਨ, ਆਏ ਕਠਿਨ ਦੂਤ ਜਮ ਲੈਣਾ। ਤੈਨੂੰ ਲੈਣ ਲਈ ਜਿਹੜਾ ਸਮਾਂ ਤੇਰਾ ਲੰਘ ਗਿਆ, ਹੁਣ ਹਿਸਾਬ ਕਰਨ ਦਾ ਸਮਾਂ ਆ ਗਿਆ। ਤੇ ਇਸ ਹਿਸਾਬ ਕਿਵੇਂ, ਉਹ ਦੱਸਦੇ ਹਨ ਕਿ ਹੁਣ ਜਿਵੇਂ ਕਿ ਆਮ ਮਨੌਤ ਹੈ, ਕਿਉਂਕਿ ਗੱਲ ਅਸੀਂ ਆਮ ਜਿਸ ਤਰ੍ਹਾਂ ਦੇ ਸ਼ਬਦਾਂ ਦੇ ਵਿੱਚ ਗੱਲ ਸੁਣਨ ਵਾਲੇ ਨੂੰ ਸਮਝ ਲੱਗਦੀ ਹੈ, ਤੋ ਸਾਡੇ ਸਾਰੇ ਭਗਤ ਤੇ ਗੁਰੂ ਸਾਹਿਬਾਨ ਉਹੀ ਭਾਸ਼ਾ, ਉਹੀ ਮੁਹਾਵਰਾ ਵਰਤ ਕੇ ਗੱਲ ਕਰਨੇ, ਕਿਉਂਕਿ ਉਹਨਾਂ ਦਾ ਮੰਤਵ ਤੇ ਆਪਣੀ ਗੱਲ ਸਮਝਾਉਣਾ ਸੀ। ਉਹ ਕਹਿੰਦੇ ਹਨ ਕਿ ਜਿਵੇਂ ਆਮ ਮੰਨਿਆ ਜਾਂਦਾ ਕਿ ਜਮਦੂਤ ਆ ਕੇ ਤੈਨੂੰ ਲੈ ਜਾਣਗੇ, ਕਹਿਣਗੇ ਤੇਰੇ ਸਾਹਮਣੇ ਇੱਕ ਸੀਨ ਮੈਂ ਰੱਖ ਰਿਹਾ ਕਿ ਹੁਣ ਤੇਰਾ ਸਮਾਂ ਖਤਮ ਹੋ ਗਿਆ ਤੇ ਹੁਣ ਤੇਰਾ ਹਿਸਾਬ ਕਿਤਾਬ ਦੇਣ ਦਾ ਸਮਾਂ ਆ ਗਿਆ, ਤੇ ਤੈਨੂੰ ਲੈਣ ਲਈ ਬੜੇ ਸਖਤ ਸੁਭਾਅ, ਕਠਿਨ ਭਾਵ, ਕਰੜੇ ਸਖਤ ਸੁਭਾਅ ਵਾਲੇ ਜਮਦੂਤ ਆ ਗਿਆ। ਤੇ ਉਹ ਜਿਹੜੀ ਭਾਵ ਇਹ ਹੈ ਕਿ ਜਿਹੜੀ ਸਭ ਤੋਂ ਕਰੜੀ ਚੀਜ਼ ਹੈ, ਮੌਤ ਹੈ, ਜਿੰਦੇ ਤੋਂ ਕੋਈ ਬਚਾ ਨਹੀਂ ਕਿਸੇ ਦਾ, ਔਰ ਜਿਹਦੇ ਅੱਗੇ ਕੋਈ ਗੱਲ ਵੀ ਨਹੀਂ ਚੱਲ ਸਕਦੀ, ਕਿਉਂਕਿ ਸਮਾਂ ਖਤਮ ਹੋਣ ਦੀ ਗੱਲ ਹੈ। ਮੌਤ ਹੋਰ ਕੁਝ ਨਹੀਂ ਹੈ, ਇਸ ਜੀਵਨ ਦੇ ਵਿੱਚ ਸਾਡਾ ਸਮਾਂ ਖਤਮ ਹੋਣ ਦਾ ਜਿਹੜੀ ਘੜੀ ਆ, ਉਹਨੂੰ ਅਸੀਂ ਮੌਤ ਕਹਿ ਦਿੰਦੇ। ਤਾਂ ਇਉਂ ਕਹਿ ਲਓ ਕਿ ਬੜੀ ਤਕੜੀ, ਬੜੀ ਕਰੜੀ, ਜਿਹਨੂੰ ਅਸੀਂ ਮੋੜ ਨਹੀਂ ਸਕਦੇ, ਜਿਹਦੇ ਅੱਗੇ ਕੋਈ ਸਾਡਾ ਚੱਲ ਨਹੀਂ ਸਕਦਾ, ਤੇ ਉਹ ਜਿਹੜੀ ਗੱਲ ਹੈ, ਉਹ ਮੌਤ ਆ ਗਈ ਹੈ। ਤੇ ਉਹ ਹੁਣ ਤੈਨੂੰ ਉਹ ਲੈ ਜਾਣਗੇ, ਤੇਰਾ ਸਮਾਂ ਬੀਤ ਗਿਆ ਤੇ ਹੁਣ ਤੇਰਾ ਹਿਸਾਬ ਕਿਤਾਬ ਹੋਏਗਾ, ਹੈ ਨਾ। ਹੁਣ ਅੱਗੋਂ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇਹਦਾ ਅਰਥ ਕਰਾਂਗੇ, ਕਹਿਣਗੇ ਕਿਆ ਤੈਂ ਖਟਿਆ ਕਹਾਂ ਗਵਾਇਆ। ਕਹਾਂ ਭਾਵ ਤੂੰ ਕੀ ਖਟਿਆ ਤੇ ਕਿੱਥੇ ਤੂੰ ਗਵਾਇਆ, ਭਾਵ ਜ਼ਿੰਦਗੀ ਦੇ ਕਿਹੜੇ ਹਿੱਸੇ ਵਿੱਚ ਤੂੰ ਖੱਟੀ ਕੀਤੀ ਹੈ ਤੇ ਕਿਹੜੇ ਹਿੱਸੇ ਨੂੰ ਤੂੰ ਵੇਸਟ ਕਰ ਦਿੱਤਾ, ਉਹਦੇ 'ਚ ਕੁਝ ਕੀਤਾ ਨਹੀਂ। ਚਲੋ ਸਿਤਾਬ, ਦੀਵਾਨ ਬੁਲਾਇਆ, ਦੀਵਾਨ ਦੇ ਵਿੱਚ ਤੈਨੂੰ ਬੁਲਾ ਲਿਆ ਗਿਆ। ਹੁਣ ਇਹ ਸਾਰੇ ਜਿਹੜੇ ਮੈਟਾਫਰਸ ਕਬੀਰ ਜੀ ਉਹੀ ਕਰ ਰਹੇ ਹਨ ਜਿਹੜੇ ਕਿ ਆਮ ਜਗਤ ਨੇ ਮੰਨੇ ਹੋਏ ਹਨ। ਆਮ ਤੌਰ ਦੇ ਉੱਤੇ ਅਸੀਂ ਆਪਣੇ ਸਮਾਜ ਦੇ ਵਿੱਚ ਵੀ ਜਦੋਂ ਗੱਲ ਕਰਦੇ ਹਾਂ, ਇਹ ਸਾਰੇ ਮੈਟਾਫਰ ਉਹਦੇ ਵਿੱਚ ਵਰਤੇ ਜਾਂਦੇ ਹਨ। ਜਮਾਂ ਦੀ ਗੱਲ ਹੁੰਦੀ ਹੈ, ਫਿਰ ਦਰਗਾਹ ਦੇ ਵਿੱਚ ਜਾਣਾ ਹੈ, ਫਿਰ ਲੇਖਾ ਦੇਣਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿੱਚ ਚੱਲ। ਇੱਥੇ ਉਹੀ ਵਰਤ ਕੇ ਕਬੀਰ ਜੀ ਕਹਿ ਰਹੇ ਹਨ, ਚਲੋ ਸਿਤਾਬ। ਸਿਤਾਬ ਦਾ ਮਤਲਬ ਛੇਤੀ ਚੱਲ, ਹੋਰ ਸਮਾਂ ਨਹੀਂ, ਸਮਾਂ ਖਤਮ ਹੋ ਚੁੱਕਾ, ਹੁਣ ਤੈਨੂੰ ਕੋਈ ਢਿੱਲ ਨਹੀਂ ਮਿਲ ਸਕਦੀ। ਦੀਵਾਨ ਬੁਲਾਇਆ ਪ੍ਰਭੂ ਦੀ ਹਜ਼ੂਰੀ, ਚੱਲ। ਤੇ ਚੱਲ ਕੇ ਕੀ ਕਰ, ਆਪਣਾ ਹਿਸਾਬ ਦੇ ਕਿ ਕਿਆ ਤੈਂ ਖਟਿਆ ਕਹਾਂ ਗਵਾਇਆ। ਹੁਣ ਆਮ ਤੌਰ ਤੇ ਜਦੋਂ ਅਸੀਂ ਇਸ ਚੀਜ਼ ਦੇ ਉੱਤੇ ਯਕੀਨ ਕਰ ਲੈਂਦੇ ਹਾਂ ਕਿ ਇੱਕ ਦਰਬਾਰ ਲੱਗਾ ਹੋਇਆ, ਸਾਨੂੰ ਫੜ ਕੇ ਉੱਥੇ ਲੈ ਜਾਣਾ ਹੈ, ਲੇਖਾ ਕਰਨ ਵਾਲੇ ਜਿਹੜੇ ਨੇ ਉਹ ਬੈਠੇ ਹਨ, ਤੇ ਅਸੀਂ ਉਹਨਾਂ ਦੇ ਕੋਲ ਜਾਵਾਂਗੇ, ਤੇ ਫਿਰ ਸਾਨੂੰ ਹਿਸਾਬ, ਸਾਡਾ ਕੋਈ ਅਕਾਊਂਟੈਂਟ ਸਾਡਾ ਖੋਲ ਕੇ, ਜਿਵੇਂ ਕਿ ਇੱਕ ਮਿਥਿਹਾਸਕ ਕਥਾ ਬਣੀ ਹੋਈ ਆ, ਉਹਦੇ ਮੁਤਾਬਕ ਕੋਈ ਸਾਡਾ ਹਿਸਾਬ ਕੀਤਾ ਜਾਏਗਾ, ਵਹੀਆਂ ਖੋਲੀਆਂ ਜਾਣਗੀਆਂ, ਹਿਸਾਬ ਕਰਨ ਵਾਲੇ, ਲੇਖਾ ਕਰਨ ਵਾਲੇ ਬੈਠੇ ਹਨ, ਤੇ ਉਹਨਾਂ ਨੇ ਸਾਡਾ ਹਿਸਾਬ ਕਰ। ਹੁਣ ਜਦੋਂ ਅਸੀਂ ਇਸ ਚੀਜ਼ ਨੂੰ ਲਿਟਰਲੀ ਸੱਚ ਮੰਨ ਲਵਾਂਗੇ, ਤਾਂ ਫਿਰ ਅਸੀਂ ਬੜੀ ਮੁਸੀਬਤ ਵਿੱਚ ਫਸ ਜਾਵਾਂਗੇ, ਕਿਉਂਕਿ ਅਸਲ ਵਿੱਚ ਐਸਾ ਕੁਝ ਹੁੰਦਾ ਨਹੀਂ ਹੈ। ਕਿਉਂਕਿ ਜਦੋਂ ਅਸੀਂ ਇਹ ਬਿਲਕੁਲ ਜਿਸ ਤਰ੍ਹਾਂ ਦੁਨੀਆ ਦੇ ਵਿੱਚ ਹੁੰਦਾ ਹੈ, ਅਸੀਂ ਉਸ ਤਰ੍ਹਾਂ ਦਾ ਨਕਸ਼ਾ ਖਿੱਚ ਦਿੱਤਾ ਹੈ। ਹਿਸਾਬ ਕਿਤਾਬ ਕਰਨ ਵਾਲੇ, ਫੈਸਲਾ ਕਰਨ ਵਾਲਾ ਜਿਵੇਂ ਜੱਜ ਹੁੰਦਾ, ਅਸੀਂ ਉਸੇ ਚੀਜ਼ ਦਾ ਤਸੱਵਰ ਕਰ ਲਿਆ ਕਿ ਇਸ ਤਰ੍ਹਾਂ ਹੋਏ। ਤੇ ਜੇ ਅਸੀਂ ਇਸ ਚੀਜ਼ ਨੂੰ ਮੰਨ ਕੇ ਬੈਠ ਗਏ, ਤਾਂ ਫਿਰ ਗੁੰਝਲ ਵਿੱਚ ਫਸ ਜਾਵਾਂਗੇ। ਕਿਉਂਕਿ ਇੱਥੇ ਤਾਂ ਸਾਡੇ ਦੁਨੀਆ ਦੇ ਵਿੱਚ ਤਾਂ ਇਹ ਚੱਲਦਾ ਹੈ ਕਿ ਬੜਾ ਔਖੀ ਘੜੀ ਕੋਈ ਆ ਗਈ, ਕਿਸੇ ਨੇ ਪਕੜ ਲਿਆ, ਤੇ ਅਸੀਂ ਕਹਿੰਦੇ ਯਾਰ ਕੋਈ ਦੇ ਦਵਾ ਕੇ ਕੰਮ ਚਲਾ ਲੈ, ਆਪਣਾ ਕੰਮ ਕਰਾ ਲੈਂਦੇ ਹਾਂ ਦੇ ਦਵਾ ਕੇ। ਖਾਸ ਕਰਕੇ ਸਾਡੇ ਹਿੰਦੁਸਤਾਨ 'ਚ ਤਾਂ ਇਹ ਨਾਰਮਲ ਰੂਟੀਨ ਹੈ। ਇੱਥੇ ਤਾਂ ਕਈ ਕੰਮ ਐਸੇ ਆ, ਤੁਸੀਂ ਠੀਕ ਵੀ ਹੈਗੇ ਹੋ ਤਾਂ ਵੀ ਦੇ ਦਵਾ ਕੇ ਹੀ ਕੰਮ ਹੋਣਾ, ਤੇ ਸਾਨੂੰ ਤਾਂ ਆਦਤ ਪਈ ਹੋਈ ਆ ਕਿ ਦੇ ਦਵਾ ਕੇ ਹੀ ਕੰਮ ਹੋਣਾ, ਤੇ ਸਾਡਾ ਤਾਂ ਸਟਾਈਲ ਹੀ ਬਣਿਆ ਹੋਇਆ। ਤੇ ਜੇ ਅਸੀਂ ਇਹ ਸਮਝ ਲਿਆ ਵੀ ਉੱਥੇ ਵੀ ਦੇ ਦਵਾ ਕੇ ਕੰਮ ਹੋ ਜਾਣਾ, ਤੇ ਫਿਰ ਅਸੀਂ ਉੱਥੇ ਵੀ ਰਿਸ਼ਵਤਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰਿਸ਼ਵਤਾਂ ਕਿਹੜੀਆਂ? ਰਿਸ਼ਵਤਾਂ ਕਹੀਆਂ ਜੀ, ਸਾਨੂੰ ਸੌਖੇ ਢੰਗ ਦੱਸ ਦੇ। ਰਿਸ਼ਵਤ ਅਸੀਂ ਇਸੇ ਕਰਕੇ ਦਿੰਦੇ ਹਾਂ ਨਾ ਜੀ, ਕਿ ਆਪਣਾ ਦੇ ਦਵਾ ਕੇ ਦੀ ਗੱਲ ਕਰਦੇ ਹਾਂ, ਜਦੋਂ ਵੀ ਸਾਨੂੰ ਕੋਈ ਸੌਖਾ ਜਿਹਾ ਢੰਗ ਦੱਸ ਦੇ, ਜਿਹਦੇ ਨਾਲ ਬਾਕੀ ਸਾਰਾ ਕੁਝ ਜੋ ਕਰਨਾ ਪੈਣਾ ਸੀ ਉਹ ਨਾ ਕਰਨਾ ਪਵੇ, ਕੋਈ ਸੌਖਾ ਜਿਹਾ ਰਾਹ ਦੱਸ ਦੇ। ਫਿਰ ਅਸੀਂ ਇਹਦੇ ਆਪਣੇ ਜੀਵਨ ਨੂੰ ਸਫਲ ਕਰਨ ਲਈ ਵੀ ਸੌਖੇ ਰਾਹ ਲੱਭਣੇ ਸ਼ੁਰੂ ਕਰਦੇ ਹਾਂ। ਤੇ ਫਿਰ ਸਾਨੂੰ ਸੌਖੇ ਰਾਹ ਦੱਸਣ ਵਾਲੇ, ਸਾਡੀ ਜਿਹੜੀ ਅਗਿਆਨ ਦਾ ਜਾਂ ਸਾਡੀ ਢਿੱਲ ਦਾ, ਸਾਡੀ ਸੁਸਤੀ ਦਾ ਫਾਇਦਾ ਉਠਾਉਣ ਵਾਲੇ ਵੀ ਆ ਜਾਣਗੇ। ਉਹ ਕਹਿਣਗੇ ਜੀ ਇਹ ਕਰਮ ਕਾਂਡ ਕਰੋ, ਤੁਹਾਡਾ ਕੰਮ ਹੋ ਗਿਆ। ਇਹ ਦਾਨ ਪੁੰਨ ਕਰੋ, ਤੁਹਾਡਾ ਕੰਮ ਹੋ ਗਿਆ। ਇਹ
ਥਾਂ ਤੇ ਜਾ ਕੇ ਇਸ਼ਨਾਨ ਕਰੋ, ਇਹ ਵਰਤ ਰੱਖੋ, ਉਹ ਕਈ ਚੀਜ਼ਾਂ ਸਾਨੂੰ ਦੱਸਦੇ ਨੇ। ਫਿਰ ਸਾਡੇ ਚ ਵਹਿਮ ਆ ਜਾਂਦੇ, ਫਲਾਣੀ ਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਮੁਕਤੀ ਹੋ ਜਾਂਦੀ ਹੈ, ਹਰ ਮਹੀਨੇ ਜਾ ਕੇ ਇਸ਼ਨਾਨ ਕਰਨ ਨਾਲ ਮੁਕਤੀ ਹੋ ਜਾਂਦੀ ਹੈ, ਫਲਾਣੇ ਦਿਨ ਨੂੰ ਇਸ਼ਨਾਨ ਕਰਨ ਨਾਲ ਕਹਿਣ ਤੋਂ ਭਾਵ ਇਹ ਕਿ ਫਿਰ ਅਸੀਂ ਇਹਨਾਂ ਗੁੰਝਲਾਂ ਦੇ ਵਿੱਚ ਫਸ ਜਾਵਾਂਗੇ। ਮੈਨੂੰ ਤਾਂ ਇੰਝ ਲੱਗਦਾ ਕਿ ਜਿਹੜਾ ਇਹ ਸਾਡੇ ਮਿਥਿਹਾਸ ਦੇ ਵਿੱਚ ਗੱਲਾਂ ਬਣੀਆਂ ਹੋਈਆਂ ਨੇ ਕਿ ਜੰਮ ਆਣਗੇ, ਉੱਥੇ ਦਰਬਾਰ ਲੱਗਾ ਹੈ ਲੇਖਾ ਲੈਣ ਵਾਲੇ, ਇਹ ਸਾਰੀ ਕਹਾਣੀ ਬਣਾਈ ਸ਼ਾਇਦ ਇਸ ਕਰਕੇ ਗਈ ਹੈ ਕਿ ਇਹਦੇ ਨਾਲ ਇਹ ਲੈਣ ਦੇਣ ਦਾ ਸਿਲਸਿਲਾ, ਕਰਮ ਕਾਂਡ ਦਾ ਸਿਲਸਿਲਾ ਜੋੜਿਆ ਜਾ ਸਕੇ। ਕਿਉਂਕਿ ਅਸਲੀਅਤ ਤਾਂ ਇਹ ਨਹੀਂ ਹੈ, ਅਸਲੀਅਤ ਤਾਂ ਇਹ ਹੈ ਕਿ ਰੱਬ ਤਾਂ ਸਾਡੇ ਅੰਦਰ ਬੈਠਾ। ਕਿਉਂਕਿ ਜਦੋਂ ਤੱਕ ਅਕਾਲ ਪੁਰਖ ਨੇ ਸਾਡੇ ਅੰਦਰ ਆਪਣੀ ਜੋਤ ਰੱਖੀ ਨਹੀਂ, ਸਾਡਾ ਤਾਂ ਜੀਵਨ ਹੀ ਨਹੀਂ ਸ਼ੁਰੂ ਹੋਇਆ। ਆਨੰਦ ਸਾਹਿਬ ਵਿੱਚ ਵੀ ਅਸੀਂ ਪੜ੍ਹਦੇ ਹਾਂ ਕਿ ਜਦੋਂ ਤੱਕ ਤੇਰੇ ਅੰਦਰ ਅਕਾਲ ਪੁਰਖ ਨੇ ਜੋਤ ਰੱਖੀ, ਉਸ ਤੋਂ ਬਾਅਦ ਤੂੰ ਜਗਤ ਦੇ ਵਿੱਚ ਆਇਆ, ਉਸ ਤੋਂ ਪਹਿਲਾਂ ਤੂੰ ਜਗਤ ਵਿੱਚ ਆ ਹੀ ਨਹੀਂ ਸੀ ਸਕਦਾ। ਤੂੰ ਆਇਆ ਹੀ ਹੈ, ਤੇਰੇ ਆਉਣ ਤੋਂ ਪਹਿਲੇ ਤੇਰੇ ਅੰਦਰ ਜੋਤ ਰੱਖੀ ਆ ਉਹਨੇ। ਫਿਰ ਹੋਰ ਵੀ ਉਹ ਅਕਾਲ ਪੁਰਖ ਦੀ ਆਪਣੀ ਜੋਤ ਹੈ, ਉਹਦਾ ਅੰਸ਼ ਹੈ। ਜੋਤ ਦਾ ਅਰਥ ਹੀ ਇਹ ਹੁੰਦਾ ਹੈ ਕਿ ਉਹਨੇ ਆਪਣੀ ਇੱਕ ਅਕਸ ਸਾਡੇ ਅੰਦਰ ਬਣਾ ਕੇ ਸਾਨੂੰ ਉਹਦੇ ਆਸਰੇ ਤੇ ਛੱਡ ਦਿੱਤਾ, ਆਪਣਾ ਇੱਕ ਛੋਟੀ ਜਿਹੀ ਜੋਤ ਸਾਡੇ ਅੰਦਰ ਰੱਖ ਦਿੱਤੀ, ਔਰ ਉਹੀ ਸਾਡਾ ਜੀਵਨ ਹੈ। ਉਹੀ ਉਹਨੂੰ ਅਸੀਂ ਭਾਵੇਂ ਆਤਮਾ ਕਹਿ ਲਈਏ, ਕੁਝ ਕਹਿ ਲਈਏ, ਦਰਅਸਲ ਉਹ ਅਕਾਲ ਪੁਰਖ ਦੀ ਜੋਤ ਹੀ ਹੈ। ਤੇ ਜੇ ਅਕਾਲ ਪੁਰਖ ਦੀ ਜੋਤ ਹੀ ਸਾਡੇ ਅੰਦਰ ਹੈ ਤਾਂ ਫਿਰ ਹਿਸਾਬ ਦੇਣ ਲਈ ਕਿਸੇ ਹੋਰ ਦਰਬਾਰ ਵਿੱਚ ਜਾਣ ਦੀ ਲੋੜ ਕੀ ਹੈ? ਉਹ ਤਾਂ ਰੱਬ ਅੰਦਰ ਬੈਠਾ। ਤੇ ਫਿਰ ਅੰਦਰ ਹੀ ਦਰਬਾਰ ਲੱਗਾ ਨਾ ਸਾਡੇ, ਹੋਰ ਕਿਤੇ ਦਰਬਾਰ ਅਸੀਂ ਕਿਤੇ ਜਾਣਾ? ਤੇ ਜਿੱਥੋਂ ਤੱਕ ਲੇਖੇ ਦੀ ਗੱਲ ਹੈ, ਲੇਖਾ ਕਰਨ ਲਈ ਸਾਨੂੰ ਕਿਸੇ ਹੋਰ ਦੀ ਲੋੜ ਹੀ ਕਿਉਂ ਪੈਂਦੀ? ਹਰ ਬੰਦੇ ਨੂੰ ਪਤਾ ਹੁੰਦਾ ਹੈ ਕਿ ਮੈਂ ਜੀਵਨ ਦੇ ਵਿੱਚ ਕੀ ਕਰਮ ਕੀਤੇ। ਮੈਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ ਹੈ ਕਿੰਨੇ ਚੰਗੇ ਕੰਮ ਕੀਤੇ ਨੇ, ਕਿੰਨੇ ਮਾੜੇ ਕੰਮ ਕੀਤੇ ਨੇ, ਕਿੰਨੇ ਕੁ ਮਾੜੇ, ਕਿੰਨੇ ਕੁ ਚੰਗੇ, ਕਿਸ ਤਰ੍ਹਾਂ ਦੇ ਕੰਮ ਕੀਤੇ ਨੇ, ਸਾਨੂੰ ਸਾਰਾ ਕੁਝ ਪਤਾ ਹੈ। ਹੁਣ ਸਵਾਲ ਇਹ ਹੈ ਕਿ ਜੇ ਸਾਨੂੰ ਆਪਣਾ ਹਿਸਾਬ ਆਪ ਹੀ ਪਤਾ ਹੈ ਤੇ ਸਾਨੂੰ ਲੇਖਾ ਕਰਨ ਵਾਲਿਆਂ ਦੀ ਕੀ ਲੋੜ ਹੈ? ਜੇ ਦੀਵਾਨ ਸਾਡੇ ਅੰਦਰ ਹੀ ਲੱਗਾ ਹੋਇਆ, ਅਕਾਲ ਪੁਰਖ ਸਾਡੇ ਅੰਦਰ ਹੀ ਬੈਠਾ ਹੋਇਆ, ਤੇ ਸਾਨੂੰ ਕਿਸੇ ਹੋਰ ਦੀਵਾਨ ਦੇ ਜਾ ਕੇ ਹਿਸਾਬ ਦੇਣ ਦੇ ਡਰ ਹੋਣ ਦੀ ਕੀ ਲੋੜ ਹੈ? ਇਹ ਤਾਂ ਸਦਾ ਹੀ ਸਾਡੇ ਕੋਲ ਹੈ। ਸਿਰਫ ਸਾਨੂੰ ਲੋੜ ਹੈ ਕਿ ਸਾਨੂੰ ਕੌਨਸ਼ੀਅਸ ਹੋਏ ਤੇ ਉਹਦੇ ਕੋਲੋਂ ਅਸੀਂ ਪੁੱਛੀਏ, ਆਪਣੀ ਆਤਮਾ ਤੋਂ ਪੁੱਛੀਏ। ਹੁਣ ਅਸੀਂ ਜਾਣਦੇ ਬੁੱਝਦੇ ਵੀ ਇਹ ਸੁਚੇਤ ਨਹੀਂ ਹੁੰਦੇ। ਇਹ ਸਾਡੇ ਲਈ ਬੜੀ ਦਿੱਕਤ ਹੈ ਕਿ ਅਸੀਂ ਫਿਰ ਉਹ ਦੂਸਰੀਆਂ ਕਹਾਣੀਆਂ ਦੇ ਵਿੱਚ ਯਕੀਨ ਕਰਨ ਲੱਗ ਜਾਂਦੇ ਹਾਂ ਕਿ ਪਤਾ ਨਹੀਂ ਕਿਸੇ ਦਰਬਾਰ ਵਿੱਚ ਜਾ ਕੇ ਅਸੀਂ ਹਿਸਾਬ ਦੇਣਾ ਹੈ, ਤੇ ਫਿਰ ਅਸੀਂ ਉਹ ਰਸਤੇ ਵੀ ਲੱਭਣ ਲੱਗ ਜਾਂਦੇ ਹਾਂ। ਤਾਂ ਫਿਰ ਉਸ ਤੋਂ ਬਾਅਦ ਜਿਹੜੀ ਅਗਲੇ ਜਿਹੜਾ ਪੈਰਾ ਹੈ, ਅਗਲਾ ਪਦਾ ਹੈ, ਉਹਦੇ ਵਿੱਚ ਕਬੀਰ ਜੀ ਨੇ ਜਿਹੜੀ ਉਦਾਹਰਨ ਦਿੱਤੀ ਉਹ ਤਾਂ ਬਿਲਕੁਲ ਸਪਸ਼ਟ ਕਰਕੇ ਸਾਨੂੰ ਸਮਝਾ ਦਿੱਤਾ ਕਿ ਜਦੋਂ ਜਿਹੜੇ ਮਾਇਆਧਾਰੀ ਲੋਕ ਹੁੰਦੇ ਹਨ ਉਹ ਸੋਚਦੇ ਹਨ ਕਿ ਆਪਾਂ ਕੀ ਕਰਾਂਗੇ, ਤੇ ਕਬੀਰ ਜੀ ਨੇ ਉਹ ਨਕਸ਼ਾ ਖਿੱਚ ਛੱਡਿਆ ਸਾਡੇ ਨੇ, ਕਰੋ ਅਰਦਾਸ ਗਾਉਂ ਕਿਛ ਬਾਕੀ। ਵੀ ਮੇਰੀ ਬੇਨਤੀ ਹੈ ਕਿ ਮੇਰਾ ਪਿੰਡ ਦਾ ਹਿਸਾਬ ਲੈਣਾ ਦੇਣਾ ਥੋੜਾ ਜਿਹਾ ਅੱਗੇ ਰਹਿ ਗਿਆ, ਲਿਓ ਨਿਬੇੜ ਅੱਜ ਕੀ ਰਾਤੀ, ਅੱਜ ਦੀ ਰਾਤ ਰੁਕ ਜਾਓ ਤੇ ਮੈਂ ਇਹ ਸਾਰਾ ਨਿਬੇੜ ਲਵਾਂਗਾ। ਕੁਝ ਵੀ ਖਰਚ ਤੁਹਾਡਾ ਸਾਰੋ। ਉਹ ਲੈਣ ਦੇਣ ਦੀ ਗੱਲ ਆ ਗਈ ਕਿ ਤੁਹਾਡੇ ਨਾਲ ਵੀ ਜਿਹੜੇ ਲੈਣ ਦੇਣ ਦੀ ਲੋੜ ਹੈ ਮੈਂ ਕਰ ਲਵਾਂਗਾ। ਤੇ ਸੁਬਹ ਨਵਾਜ਼ ਸਰਾਏ ਗੁਜ਼ਾਰੋ, ਤੇ ਰਸਤੇ 'ਚ ਹੀ ਨਮਾਜ਼ ਪੜ੍ਹ ਲਾਂਗੇ। ਹੁਣੇ ਹੀ ਮਤਲਬ ਆਪਾਂ ਜਲਦੀ ਇਸ ਵਕਤ ਹੀ ਤੁਰ ਪਵਾਂਗੇ, ਨਮਾਜ਼ ਤੋਂ ਵੀ ਪਹਿਲਾਂ ਤੁਰ ਪਵਾਂਗੇ। ਹੁਣ ਅਸੀਂ ਜਿਵੇਂ ਜੀਵਨ ਦੀਆਂ ਸਮੱਸਿਆਵਾਂ ਦੇ ਸ਼ਾਰਟਕਟਸ ਲੱਭਣ ਦੇ ਵਿੱਚ ਮਾਹਰ ਹੁੰਦੇ ਆ, ਅਸੀਂ ਇਸ ਜੀਵਨ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਕਿ ਕੀ ਸਾਡਾ ਜੀਵਨ ਸਫਲ ਹੋਇਆ ਕਿ ਨਹੀਂ ਹੋਇਆ, ਅਸੀਂ ਉਸ ਸਮੱਸਿਆ ਦਾ ਹੱਲ ਵੀ ਉਸੇ ਢੰਗ ਨਾਲ ਹੀ ਕੱਢਣਾ ਚਾਹੁੰਦੇ ਹਾਂ। ਹੁਣ ਇਹ ਭੁੱਲ ਜਾਂਦੇ ਆ ਕਿ ਇਹ ਦੁਨਿਆਵੀ ਹੱਲ ਹਨ। ਹੋ ਸਕਦਾ ਹੈ ਦੁਨਿਆਵੀ ਹੱਲ ਹੋ ਜਾਣ, ਉਹ ਵੀ ਹਰ ਵਾਰੀ ਨਹੀਂ ਚੱਲਣਗੇ, ਪਰ ਜੇ ਮੰਨ ਵੀ ਲਈਏ ਕਿ ਹਰ ਵਾਰੀ ਚੱਲ ਜਾਂਦੇ ਹਨ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਤਮਿਕ ਦੁਨੀਆ ਦੇ ਵਿੱਚ ਵੀ ਇਹ ਹੱਲ ਚੱਲ ਜਾਣਗੇ। ਹੁਣ ਸਾਡੀ ਸਮੱਸਿਆ ਇਹ ਨਹੀਂ ਹੈ ਕਿ ਸਾਨੂੰ ਲੈਣ ਲਈ ਜਮਦੂਤ ਆ ਰਹੇ ਹਨ ਜਾਂ ਉਹ ਬੜੇ ਸਖਤ ਹਨ, ਬੜੇ ਭਿਅੰਕਰ ਹਨ। ਸਮੱਸਿਆ ਤਾਂ ਸਾਡੀ ਇਹ ਹੈ ਕਿ ਉਸ ਦਿਨ ਸਾਡਾ ਜੀਵਨ ਦੀ ਅਵਧੀ, ਜੀਵਨ ਦਾ ਸਮਾਂ ਖਤਮ ਹੋ ਜਾਏ। ਅਸਲ ਸਮੱਸਿਆ ਤਾਂ ਇਹ ਹੈ ਕਿ ਉਹ ਇੱਕ ਦਿਨ ਆਣਾ ਹੈ ਸਾਡੇ ਅੱਗੇ। ਉਹ ਜੰਮ ਹੋਣ ਕੁਛ ਹੋਵੇ, ਉਹਦੇ ਨਾਲ ਕੀ ਫਰਕ ਪੈਣਾ? ਸਮਾਂ ਤਾਂ ਖਤਮ ਹੋ ਗਿਆ ਨਾ ਸਾਡਾ। ਜਦੋਂ ਸਮਾਂ ਖਤਮ ਹੋ ਗਿਆ ਤਾਂ ਫਿਰ ਇਸ ਦੇ ਵਿੱਚ ਅਸੀਂ ਕੋਈ ਫਰਦਰ ਸੁਧਾਰ ਕਰਨ ਦੀ, ਦੁਬਾਰਾ ਉਹਨੂੰ ਕੋਈ ਕਮਾਈ ਕਰਨ ਦੀ, ਦੁਬਾਰਾ ਉਹਨੂੰ ਠੀਕ ਕਰਨ ਦੀ, ਗਲਤੀਆਂ ਸੁਧਾਰਨ ਦਾ ਸਾਡੇ ਕੋਲ ਫਿਰ ਕੋਈ ਮੌਕਾ ਨਹੀਂ ਮਿਲਣਾ। ਇਹੀ ਸਤਿਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਹਨ। ਜਿਹੜਾ ਇਹ ਵਹਾਉ ਦੀ ਪੰਕਤੀ ਕਬੀਰ ਜੀ ਨੇ ਸਾਨੂੰ ਵਾਰਨਿੰਗ ਵਾਲੀ ਬਿਲਕੁਲ ਰੱਖੀ ਹੈ ਨਾ, ਉਹ ਇਹ ਹੈ ਕਿ ਇਹ ਜੀਵਨ ਇੱਕ ਦਿਨ ਖਤਮ ਹੋਣਾ ਹੈ
ਤੇ ਫਿਰ ਜਿਸ ਦਿਨ ਖਤਮ ਹੋਏਗਾ ਤੇ ਉਸ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਸਾਨੂੰ ਅਮਲ ਸਿਰਾਨੋ ਲੇਖਾ ਦੇਣਾ। ਉਹ ਲੇਖਾ ਤਾਂ ਹੋਏਗਾ ਜੇ ਇਸ ਜਗਤ ਦੇ ਵਿੱਚ ਆਏ ਹਾਂ ਤੇ ਅਕਾਲ ਪੁਰਖ ਨੇ ਸਾਨੂੰ ਇੱਕ ਬੜਾ ਵੰਡਰਫੁਲ ਇਸ ਧਰਤੀ ਦਾ ਸਰਦਾਰ ਬਣਾ ਕੇ ਸਭ ਤੋਂ ਉੱਚੀ ਜੂਨ ਉੱਤੇ ਭੇਜਿਆ ਸਾਨੂੰ, ਤਾਂ ਕਿਸੇ ਪਰਪਸ ਲਈ ਭੇਜਿਆ ਹੈ ਤੇ ਫਿਰ ਉਹਦਾ ਪਰਪਸ ਸਾਨੂੰ ਪੂਰਾ ਤਾਂ ਕਰਨਾ ਪਵੇਗਾ। ਜੇ ਨਹੀਂ ਕਰਾਂਗੇ ਤੇ ਫਿਰ ਸਾਨੂੰ ਉਹ ਕੁਦਰਤੀ ਗੱਲ ਹੈ ਕਿ ਅਸੀਂ ਘੱਟ ਤੋਂ ਘੱਟ ਇੰਨੀ ਸਜ਼ਾ ਤਾਂ ਸਾਨੂੰ ਮਿਲੇਗੀ ਨਾ। ਇਹ ਤਾਂ ਘੱਟ ਤੋਂ ਘੱਟ ਹੈ ਕਿ ਸਾਨੂੰ ਅਕਾਲ ਪੁਰਖ ਬੜੀ ਦਇਆ ਕਰਕੇ ਇੰਨੀ ਹੀ ਸਜ਼ਾ ਦੇਵੇ ਕਿ ਜਾ ਭਾਈ ਤੈਨੂੰ ਇੱਕ ਹੋਰ ਮੌਕਾ ਦਿੱਤਾ, ਤੂੰ ਫੇਰ ਜਾ ਜੂਨ ਦੇ ਵਿੱਚ ਪੈ, ਮਨੁੱਖਾ ਦੇਹੀ ਇੱਕ ਵਾਰੀ ਤੈਨੂੰ ਫੇਰ ਦਿੰਦਾ, ਹੁਣ ਐਤਕੀ ਤੂੰ ਜਰਾ ਚੰਗੀ ਤਰ੍ਹਾਂ ਕਰ। ਜਿਵੇਂ ਸਕੂਲ ਦੇ ਵਿੱਚ ਅਸੀਂ ਹੁੰਦੇ ਆ, ਅਸੀਂ ਫੇਲ ਹੋ ਜਾਂਦੇ ਆ ਤੇ ਸਾਡਾ ਹੈਡਮਾਸਟਰ ਸਾਨੂੰ ਬੁਲਾ ਕੇ ਕਹਿੰਦਾ ਕਿ ਭਾਈ ਹੁਣ ਤੈਨੂੰ ਅਗਲੀ ਕਲਾਸ 'ਚ ਨਹੀਂ ਭੇਜਿਆ ਜਾ ਸਕਦਾ, ਹੁਣ ਤੂੰ ਦੁਬਾਰਾ ਇੱਕ ਕਲਾਸ ਕਰ। ਤਾਂ ਘੱਟੋ ਘੱਟ ਇੰਨੀ ਸਜ਼ਾ ਤਾਂ ਸਾਨੂੰ ਮਿਲੇਗੀ ਨਾ, ਇਹ ਕਲਾਸ ਦੁਬਾਰਾ ਕਰਨੀ ਪਏਗੀ, ਇਸ ਤੋਂ ਘੱਟ ਤੇ ਕੋਈ ਸਜ਼ਾ ਮਿਲ ਨਹੀਂ ਸਕਦੀ। ਔਰ ਇਹ ਵੀ ਉਹ ਬੜੀ ਤਰਸ ਕਰਕੇ ਦੇ ਰਿਹਾ ਸਾਨੂੰ ਕਿ ਵੀ ਅਸੀਂ ਇਹ ਕਹੀਏ ਕਿ ਸਾਡਾ ਗੁਨਾਹ ਤੇ ਬਹੁਤ ਵੱਡਾ ਹੈ, ਪਰ ਉਹ ਫਿਰ ਵੀ ਸਾਨੂੰ ਇੰਨਾ ਵੱਡਾ ਫੇਰ ਮੌਕਾ ਦੇ ਰਿਹਾ, ਇਸ ਮਨੁੱਖਾ ਦੇਹੀ ਦੀ ਦੁਬਾਰਾ ਬਖਸ਼ਿਸ਼ ਕਰ ਰਿਹਾ। ਉਹਨੇ ਨੂੰ ਸਜ਼ਾ ਵੀ ਕਹੀ ਹੈ ਕਿ ਦੁਬਾਰਾ ਬਖਸ਼ਿਸ਼ ਕਰਨੀ ਕਹੀ ਹੈ, ਉਹ ਫੇਰ ਮੌਕਾ ਦੇ ਰਿਹਾ ਹੈ। ਜਿਵੇਂ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਆਉਣ ਜਾਣ ਦੀ ਬਾਰ-ਬਾਰ ਜਿਹੜੇ ਮਨਮੁਖ ਨੇ ਉਹਨਾਂ ਨੇ ਕਿਹਾ, ਉਹ ਆਉਂਦੇ ਨੇ ਜਾਂਦੇ ਨੇ, ਆਉਂਦੇ ਜਾਂਦੇ ਨੇ। ਇਹ ਜਿਹੜੀ ਘੱਟੋ ਘੱਟ ਇਤਨੀ ਤਾਂ ਸਜ਼ਾ ਸਾਨੂੰ ਮਿਲੇਗੀ ਨਾ ਕਿ ਦੁਬਾਰਾ ਆਉਣਾ ਪਏਗਾ ਇਸ ਕਲਾਸ ਦੇ ਵਿੱਚ, ਇਹ ਦੁਬਾਰਾ ਇੱਥੇ ਆ ਕੇ ਦੁਬਾਰਾ ਕਮਾਈ ਕਰਨੀ ਪਏਗੀ ਤੇ ਆਪਣਾ ਜੀਵਨ ਸਫਲ ਕਰਨਾ ਪਏਗਾ। ਤਾਂ ਇਹ ਜਦੋਂ ਸਾਨੂੰ ਕਬੀਰ ਜੀ ਨੇ ਗੱਲ ਸਮਝਾ ਦਿੱਤੀ ਕਿ ਜੋ ਕੁਛ ਵੀ ਤੇਰੇ ਦਿਮਾਗ ਦੇ ਵਿੱਚ ਆਇਆ ਕਿ ਮੈਂ ਇਸ ਤਰੀਕੇ ਨਾਲ ਕੰਮ ਚਲਾ ਲਾਂਗਾ, ਏਦਾਂ ਦਾ ਕੰਮ ਚਲਾ ਲਾਂਗਾ, ਏਦਾਂ ਦਾ ਚਲਾ ਲਾਂਗਾ, ਇਹ ਰਿਸ਼ਵਤ ਦੇ ਦਿਆਂਗਾ, ਮਿਹਨਤ ਤਰਲਾ ਕਰ ਲਾਂਗਾ, ਸਭ ਕੁਛ ਹੈ। ਜਦੋਂ ਕਹਿੰਦੇ ਇਹ ਕੁਛ ਵੀ ਨਹੀਂ ਹੋਣਾ, ਜਦ ਦਿਨ ਮੌਕਾ ਟਾਈਮ ਖਤਮ ਹੋ ਗਿਆ ਫਿਰ ਤੂੰ ਜਾਣਾ ਹੀ ਜਾਣਾ ਹੈ, ਫਿਰ ਉਸ ਤੋਂ ਬਾਅਦ ਤੇਰਾ ਨਿਰਣਾ ਹੋਣਾ ਹੀ ਹੋਣਾ ਹੈ, ਫਿਰ ਉਸ ਤੋਂ ਬਿਨਾਂ ਗੱਲ ਨਹੀਂ ਬਣਨੀ ਹੈਗੀ। ਉਸ ਦਿਨ ਤਾਂ ਤੁਸੀਂ ਮਤਲਬ ਇਸ ਚੀਜ਼ ਨੂੰ ਕਰਨਾ ਹੀ ਕਰਨਾ ਹੈ। ਤਾਂ ਫਿਰ ਅੱਗੇ ਹੁਣ ਸਾਨੂੰ ਜਦੋਂ ਉਹ ਕਹਿੰਦੇ ਨੇ ਵੀ ਹੁਣ ਇਹ ਗੱਲ ਸਮਝ ਲਈਏ, ਤਾਂ ਹੁਣ ਕਿਉਂ ਮੇਰੀ ਗੱਲ ਸੁਣ ਕੇ ਤੇ ਫਿਰ ਇਹਦਾ ਹੱਲ ਕੀ ਹੈ। ਹੁਣ ਅਗਲੇ ਪਦੇ ਦੇ ਵਿੱਚ ਕਬੀਰ ਜੀ ਸਾਨੂੰ ਦੋ ਪਦਿਆਂ ਦੇ ਵਿੱਚ ਇਹ ਗੱਲ ਫਿਰ ਚੰਗੀ ਤਰ੍ਹਾਂ ਹੋਰ ਸਮਝਾਉਂਦੇ ਹਨ ਕਿ ਹੁਣ ਕਰਨਾ ਕੀ ਆ। ਸਾਧ ਸੰਗ ਜਾਂ ਕੋ ਹਰ ਰੰਗ ਲੱਗ, ਜਿਹੜੀ ਸਤ ਸੰਗਤ ਦੇ ਵਿੱਚ ਜਾ ਕੇ, ਸਾਧ ਸੰਗ ਭਲੇ ਪੁਰਸ਼ਾਂ ਦੀ ਸੰਗਤ, ਸਤ ਸੰਗਤ ਗੁਰੂ ਦੀ ਹਜ਼ੂਰੀ ਵਿੱਚ ਜਦੋਂ ਅਸੀਂ ਭਲੇ ਪੁਰਸ਼ਾਂ ਦੀ ਸੰਗਤ ਕਰਦੇ ਹਾਂ ਤਾਂ ਉਹ ਸਤ ਸੰਗਤ ਅਖਵਾਉਂਦੀ ਹੈ। ਸਾਧ ਸੰਗ ਜਾਂ ਕੋ ਹਰ ਰੰਗ ਲੱਗ। ਹੁਣ ਰੰਗ ਦਾ ਅਰਥ ਹੁੰਦਾ ਹੈ ਜਦੋਂ ਕੋਈ ਕੱਪੜੇ ਨੂੰ ਰੰਗ ਹੋਣਾ ਹੁੰਦਾ ਹੈ ਤੇ ਕੱਪੜੇ ਨੂੰ ਰੰਗ ਦੇ ਵਿੱਚ ਭਿਉਂ ਦਿੱਤਾ ਜਾਂਦਾ ਹੈ, ਫਿਰ ਉਹ ਕੱਪੜਾ ਪਹਿਲਾਂ ਚਿੱਟਾ ਸੀ ਤੇ ਫਿਰ ਲਾਲ ਹੋ ਗਿਆ, ਤੇ ਫਿਰ ਲਾਲ ਹੀ ਹੋ ਗਿਆ, ਫਿਰ ਹੋਰ ਕੁਝ ਨਹੀਂ ਰਹਿੰਦਾ, ਉਹ ਸਾਰਾ ਕੁਝ ਲਾਲ ਹੀ ਹੁੰਦਾ। ਇਹੀ ਅਵਸਥਾ ਪ੍ਰੇਮ ਦੇ ਵਿੱਚ ਹੁੰਦੀ, ਜਿਸ ਨੂੰ ਪ੍ਰੇਮ ਹੋ ਜਾਂਦਾ ਹੈ ਉਹ ਉਹੀ ਕੁਝ ਬਣ ਜਾਂਦਾ ਹੈ ਜਿਸ ਨੂੰ ਉਹ ਪ੍ਰੇਮ ਕਰਦਾ। ਅਸੀਂ ਦੁਨਿਆਵੀ ਪ੍ਰੇਮ ਦੇ ਬਾਰੇ ਵੀ ਇਹੋ ਜਿਹੀਆਂ ਗੱਲਾਂ ਸੁਣਦੇ ਹਾਂ। ਇੱਥੇ ਕਬੀਰ ਜੀ ਗੱਲ ਕਰ ਰਹੇ ਹਨ ਕਿ ਜਿਹਨੂੰ ਸੰਗਤ ਦੇ ਵਿੱਚ ਜਾ ਕੇ ਉਸ ਹਰੀ ਪ੍ਰਭੂ ਦੇ ਨਾਲ ਪ੍ਰੇਮ ਹੋ ਜਾਂਦਾ ਹੈ, ਹਰ ਰੰਗ ਲੱਗਾ, ਧਨ ਧਨ ਤੇ ਧਨ ਸੇ ਜਨ ਪੁਰਖ ਸੁਭਾਗਾ। ਹੁਣ ਉਹ ਮਨੁੱਖ ਧਨ ਹਨ, ਵਡਭਾਗੇ ਹਨ। ਵਡਭਾਗੇ ਹਨ, ਕਿਉਂ ਵਡਭਾਗੇ ਹਨ? ਆਓ ਪਹਿਲਾਂ ਬਾਕੀ ਦੋ ਪੰਕਤੀਆਂ ਦੇ ਵੀ ਵਿਚਾਰ ਕਰ ਲਈਏ ਕਿ ਈਤ ਊਤ ਜਨ ਸਦਾ ਸੁਹੇਲੀ। ਜਿਹੜੇ ਪ੍ਰਭੂ ਦੇ ਪਿਆਰੇ ਹੋ ਜਾਂਦੇ ਹਨ, ਪ੍ਰਭੂ ਦੇ ਸੇਵਕ ਬਣ ਜਾਂਦੇ ਹਨ, ਪ੍ਰਭੂ ਨਾਲ ਪ੍ਰੇਮ ਕਰਨ ਲੱਗ ਜਾਂਦੇ ਹਨ, ਉਹ ਲੋਕ ਪਰਲੋਕ ਭਾਵ ਇਸ ਦੁਨਿਆਵੀ ਜਗਤ ਵਿੱਚ ਵੀ ਤੇ ਆਤਮਿਕ ਜਗਤ ਵਿੱਚ ਵੀ, ਜਦੋਂ ਅਸੀਂ ਪ੍ਰਭੂ ਦੀ ਹਜ਼ੂਰੀ 'ਚ ਵੀ ਹੋਣਾ, ਜਦੋਂ ਸਾਨੂੰ ਪ੍ਰਭੂ ਦੀ ਹਜ਼ੂਰੀ ਦੀ ਸੋਝੀ ਹੋ ਜਾਏਗੀ, ਅਸੀਂ ਉਹਦੀ ਹਜ਼ੂਰੀ 'ਚ ਜਾਣਾ, ਤਾਂ ਪ੍ਰਭੂ ਦੇ ਸੇਵਕ ਲੋਕ ਪਰਲੋਕ ਵਿੱਚ ਸੁਹੇਲੇ ਭਾਵ ਬੜੇ ਸੁਖੱਲੇ ਸੌਖੇ ਰਹਿੰਦੇ। ਜਨਮ ਪਦਾਰਥ ਜੀਤ ਅਮੁੱਲੇ। ਹੁਣ ਉਹ ਸੁਹੇਲੇ ਕਿਉਂ ਹਨ? ਕਿਉਂਕਿ ਉਹਨਾਂ ਨੇ ਇਸ ਜਨਮ ਦੇ ਵਿੱਚ ਜੋ ਕੰਮ ਕਰਨ ਆਏ ਸਨ ਉਹ ਕੰਮ ਉਹਨਾਂ ਨੇ ਕਰ ਲਿਆ। ਇਉਂ ਕਹਿ ਲਓ ਕਿ ਉਹਨਾਂ ਨੇ ਇਹ ਜਨਮ ਜਿਹੜਾ ਹੈਗਾ ਉਹ ਜਿੱਤ ਲਿਆ। ਪ੍ਰਭੂ ਦੇ ਸੇਵਕ, ਪ੍ਰਭੂ ਦੇ ਪਿਆਰੇ, ਪਿਆਰ ਕਰਨ ਵਾਲੇ ਜਿਹੜੇ ਉਹਦੇ ਸੇਵਕ ਬਣ ਜਾਂਦੇ ਹਨ, ਉਹ ਲੋਕ ਪਰਲੋਕ ਵਿਖੇ ਬੜੇ ਸੁਹੇਲੇ ਸੌਖੇ ਰਹਿੰਦੇ ਹਨ, ਕਿਉਂਕਿ ਉਹਨਾਂ ਨੇ ਇਸ ਜਨਮ ਨੂੰ ਜਿੱਤ ਲਿਆ, ਭਾਵ ਇਸ ਜਨਮ ਵਿੱਚ ਜੋ ਕਰਨ ਆਏ ਸਨ ਉਹ ਕਰ ਲਿਆ। ਉਹਨਾਂ ਨੇ
ਉਹ ਕਰ ਲਿਆ। ਜਿਹੜੀ ਕੀਮਤੀ ਸ਼ੈ, ਅਮੋਲਕ ਸ਼ੈ ਪ੍ਰਾਪਤ ਉਹਨਾਂ ਨੂੰ ਹੋਈ ਸੀ ਜਨਮ ਦੇ ਰੂਪ ਦੇ ਵਿੱਚ, ਉਹਨੂੰ ਉਹਨਾਂ ਨੇ ਜਿੱਤ ਲਿਆ। ਜਨਮ ਪਦਾਰਥ ਜੀਤ ਉਹ ਜਿੱਤ ਲਿਆ। ਹੁਣ ਇੱਥੇ ਸਾਨੂੰ ਇੱਕ ਡਿਫਰੈਂਟ ਟਾਈਪ ਆਫ ਲਾਈਫ ਦੀ ਜਿਹੜੀ ਹੈ ਕਬੀਰ ਜੀ ਪਿਕਚਰ ਦੇ ਰਹੇ ਨੇ, ਕਿਉਂਕਿ ਸਾਡੇ ਜੀਵਨ ਜੀਣ ਦੇ ਦੋ ਢੰਗ। ਇੱਕ ਢੰਗ ਤਾਂ ਉਹ ਹੈ ਕਿ ਅਸੀਂ ਇੱਥੇ ਆਏ ਜਗਤ ਦੇ ਵਿੱਚ ਤੇ ਜਗਤ ਦੇ ਤਮਾਸ਼ਿਆਂ ਦੇ ਵਿੱਚ ਮਗਨ ਹੋ ਗਏ ਤੇ ਸਾਨੂੰ ਆਪਣਾ ਟੀਚਾ ਭੁੱਲ ਗਿਆ। ਉਹ ਸਾਨੂੰ ਪਹਿਲਾਂ ਸਾਡੀ ਅਵਸਥਾ ਦੱਸ ਚੁੱਕੇ ਨੇ ਕਬੀਰ ਜੀ। ਤੇ ਦੂਜਾ ਜੀਣ ਦਾ ਢੰਗ ਇਹ ਹੈ ਕਿ ਹਮੇਸ਼ਾ ਸੁਚੇਤ ਰਹਿ ਕੇ ਆਪਣੀ ਮੰਤਵ ਦੀ ਜੋ ਟੀਚਾ ਸਾਨੂੰ ਮਿਲਿਆ, ਜੋ ਜੀਵਨ ਦਾ ਮਨੋਰਥ ਹੈ, ਉਹਦੀ ਪ੍ਰਾਪਤੀ ਲਈ ਹਮੇਸ਼ਾ ਕੋਈ ਬੰਦਾ ਸਦਾ ਯਤਨ ਕਰਦਾ ਰਹੇ, ਹਮੇਸ਼ਾ ਸੁਚੇਤ ਹੋ ਕੇ ਯਤਨ ਕਰਦਾ ਰਹੇ। ਹੁਣ ਗੁਰਬਾਣੀ ਦੇ ਅਨੁਸਾਰ ਪਹਿਲਾਂ ਦੇਖ ਲਈਏ ਕਿ ਟੀਚਾ ਸਾਨੂੰ ਕੀ ਮਿਲਿਆ, ਜੀਵਨ ਦਾ ਮਨੋਰਥ ਕੀ ਹੈ। ਮਨੋਰਥ ਇਹ ਹੈ ਕਿ ਦੁਨੀਆ ਦੇ ਵਿੱਚ ਇਹ ਦੁਨਿਆਵੀ ਜੀਵਨ ਜਿਉਂਦਿਆਂ ਹੋਇਆਂ ਆਪਣੀਆਂ ਜ਼ਿੰਮੇਵਾਰੀਆਂ, ਫਰਜ਼ ਪੂਰੇ ਕਰਦੇ ਹੋਏ ਹਮੇਸ਼ਾ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ। ਹੁਣ ਇਹ ਅਸੀਂ ਕੰਮ ਕਰਨਾ ਹੈ ਇਹਦੇ ਵਿੱਚ। ਹੁਣ ਇਹ ਜੁੜਨਾ ਅਸੀਂ ਆਪਣੇ ਮੂਲ ਨਾਲ ਹੈ ਤੇ ਮੁੜ ਉਹਦੇ ਵਿੱਚ ਸਮਾਉਣ ਦੇ ਵਾਸਤੇ ਉਹਦੇ ਗੁਣ ਗ੍ਰਹਿਣ ਕਰਨਾ ਹੈ। ਜੁੜਨਾ ਆਪਣੇ ਮੂਲ ਨਾਲ ਹੈ, ਜਿਹੜਾ ਸਾਡਾ ਅਸਲਾ ਹੈ। ਜਿਵੇਂ ਬਾਣੀ ਚ ਆਉਂਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਭ ਤੋਂ ਪਹਿਲਾਂ ਅਸੀਂ ਆਪਣੇ ਮੂਲ ਨੂੰ ਪਛਾਣਨਾ ਹੈ, ਉਹ ਮੂਲ ਨਾਲ ਜੁੜਨਾ ਹੈ। ਸਾਨੂੰ ਇਹ ਕਲੈਰਿਟੀ ਚਾਹੀਦੀ ਹੈ ਕਿ ਅਸੀਂ ਹਾਂ ਕੌਣ ਹਾਂ, ਹੂ ਐਮ ਆਈ। ਤੇ ਜਦੋਂ ਉਹ ਕਲੈਰਿਟੀ ਹੋ ਜਾਂਦੀ ਹੈ ਤਾਂ ਫਿਰ ਅਸੀਂ ਉਹਦੇ ਵਿੱਚ ਦੁਬਾਰਾ ਸਮਾਣਾ ਹੈ, ਉਹਦੇ ਚਰਨਾਂ ਦੇ ਵਿੱਚ ਜਾਣਾ ਹੈ, ਉਹਦੇ ਦਰ ਤੇ ਪ੍ਰਵਾਨ ਹੋਣਾ ਹੈ, ਕੁਝ ਵੀ ਕਹਿ ਲਈਏ। ਤਾਂ ਉਹ ਤਾਂ ਹੋ ਸਕਦਾ ਹੈ ਜੇ ਅਸੀਂ ਆਪਣੇ ਜੀਵਨ ਨੂੰ ਸਵਾਲ ਲਵਾਂਗੇ, ਇੰਨਾ ਕੁ ਸਵਾਲ ਲਵਾਂਗੇ ਕਿ ਅਸੀਂ ਉਹਦੇ ਵਰਗੇ ਬਣ ਜਾਈਏ, ਉਹਦੇ ਵਾਲੇ ਗੁਣ ਗ੍ਰਹਿਣ ਕਰਕੇ ਉਹਦੇ ਵਰਗੇ ਬਣ ਕੇ, ਤੇ ਤਾਂ ਹੀ ਸਾਡਾ ਉਹਦੇ ਨਾਲ ਮਿਲਾਪ ਹੋ ਸਕਦਾ ਹੈ। ਜਦੋਂ ਤੱਕ ਸਾਡੇ ਅੰਦਰ ਉਹਦੇ ਵਾਲੇ ਗੁਣ ਨਹੀਂ ਆਉਂਦੇ, ਉਦੋਂ ਤੱਕ ਅਸੀਂ ਕਿਸ ਤਰੀਕੇ ਦੇ ਨਾਲ ਉਹਦੇ ਨਾਲ ਮਿਲ ਸਕਦੇ ਹਾਂ। ਤੇ ਗੁਣ ਗ੍ਰਹਿਣ ਕਰਨ ਵਾਸਤੇ ਸਾਨੂੰ ਆਪਣਾ ਅੰਦਰ ਬਾਹਰ, ਆਪਣੀ ਸੁਰਤੀ ਬਿਰਤੀ ਸਭ ਕੁਝ ਉਹਦੇ ਨਾਲ ਜੋੜਨਾ ਪਏਗਾ ਤਾਂ ਕਿ ਸਾਡੇ ਕਰਮ ਉਹੋ ਜਿਹੇ ਹੋ ਸਕਣ। ਉਹਦੇ ਨਾਲ ਮਿਲਣ ਦੇ ਵਾਸਤੇ ਜਿਨੇ ਸਾਡੇ ਅੰਦਰ ਜੋਤ ਰੱਖੀ ਹੈ, ਸਤਿਗੁਰੂ ਜੀ ਕਹਿੰਦੇ ਹਨ ਕਿ ਜੋਤੀ ਜੋਤ ਮਿਲਾਈ ਹੈ, ਸੁਰਤੀ ਸੁਰਤ ਸੰਜੋਗ। ਜੋਤੀ ਭਾਵ ਜੋਤ ਨੂੰ, ਜੋਤ ਦਾ ਮਾਲਕ, ਜੋਤ ਨੂੰ ਦੇਣ ਵਾਲਾ, ਉਹਦੇ ਨਾਲ ਅਸੀਂ ਆਪਣੀ ਜੋਤ ਨੂੰ ਮਿਲਾਉਣਾ, ਭਾਵ ਅਕਾਲ ਪੁਰਖ ਦੇ ਨਾਲ ਆਪਣੀ ਜੋਤ ਨੂੰ ਮਿਲਾਉਣਾ। ਪਰ ਇਹ ਕਿਵੇਂ ਹੋਏਗਾ? ਸੁਰਤੀ ਸੁਰਤ ਸੰਜੋਗ। ਸੁਰਤ ਨੂੰ ਦੇਣ ਵਾਲੇ ਨੂੰ ਸਤਿਗੁਰੂ ਜੀ ਨੇ ਇੱਥੇ ਸੁਰਤੀ ਕਿਹਾ, ਸੁਰਤ ਦਾ ਮਾਲਕ ਜਿਹਨੇ ਇਹ ਸਾਨੂੰ ਸੁਰਤ ਦਿੱਤੀ ਹੈ। ਜਿਵੇਂ ਜੋਤ ਦੇਣ ਵਾਲੇ ਨੂੰ ਜੋਤੀ ਕਿਹਾ ਹੈ, ਉਸੇ ਤਰੀਕੇ ਨਾਲ ਸੁਰਤ ਦੇ ਮਾਲਕ ਨੂੰ ਸੁਰਤੀ ਕਿਹਾ ਹੈ। ਤੇ ਸੁਰਤੀ ਦੇ ਨਾਲ ਜਦੋਂ ਤੱਕ ਸਾਡੀ ਸੁਰਤ ਦਾ ਸੰਜੋਗ ਨਹੀਂ ਹੋਏਗਾ, ਭਾਵ ਸੁਰਤ ਦੇ ਵਿੱਚ ਅਸੀਂ ਉਹਦੇ ਨਾਲ ਜੁੜੇ ਨਹੀਂ ਰਵਾਂਗੇ ਹਰ ਵਕਤ 24 ਘੰਟੇ, ਤਾਂ ਫਿਰ ਉਦੋਂ ਤੱਕ ਸਾਡਾ ਉਹਦੇ ਨਾਲ ਜੋਤੀ ਜੋਤ ਮਿਲਾਉਣ ਵਾਲੀ ਅਵਸਥਾ ਨਹੀਂ ਆ ਸਕਦੀ। ਹੁਣ ਜਿਹਦਾ ਸੁਰਤ ਸੁਰਤੀ ਦੇ ਨਾਲ, ਭਾਵ ਅਕਾਲ ਪੁਰਖ ਦੇ ਨਾਲ ਇੱਕ ਹੋ ਜਾਵੇ, ਤਾਂ ਫਿਰ ਉਹਦੀ ਜੋਤ ਵੀ ਉਹਦੇ ਨਾਲ ਇੱਕ ਹੋ ਜਾਵੇਗੀ। ਗੱਲ ਬੜੀ ਸਪਸ਼ਟ ਹੈ ਕਿ ਜਦੋਂ ਸੁਰਤ ਉਹਦੇ ਨਾਲ ਮਿਲ ਗਈ ਤਾਂ ਇਹ ਪੂਰੇ ਜੀਵਨ ਦਾ ਪੈਟਰਨ ਵੀ ਉਹਦੇ ਮੁਤਾਬਕ ਹੋ ਜਾਏਗਾ। ਫਿਰ ਸਾਡੇ ਕਰਮ ਵੀ ਉਹਦੇ ਵਰਗੇ ਹੋ ਜਾਣਗੇ, ਸਾਡਾ ਬੋਲ ਬਾਣੀ ਬਿਹੇਵੀਅਰ ਹਰ ਚੀਜ਼ ਉਹਦੇ ਵਰਗੀ ਹੋ ਜਾਵੇਗੀ। ਤੇ ਫਿਰ ਜੋਤੀ ਜੋਤ ਮਿਲਾਈਆ ਦੀ ਅਵਸਥਾ ਆ ਜਾਏ। ਹੁਣ ਬਣਨਾ ਅਸੀਂ ਉਹਦੇ ਵਰਗਾ। ਕਬੀਰ ਜੀ ਹੀ ਇੱਕ ਦੋ ਥਾਵਾਂ ਤੇ ਹੋਰ ਸਾਨੂੰ ਇਹਦੇ ਬਾਰੇ ਬਿਲਕੁਲ ਕਲੀਅਰ ਲਫ਼ਜ਼ਾਂ ਦੇ ਵਿੱਚ ਦੱਸਦੇ ਹਨ। ਇੱਕ ਥਾਂ ਤੇ ਆਪ ਫਰਮਾਉਂਦੇ ਹਨ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕਿਆ ਪਛਾਣ। ਵੀ ਜਦੋਂ ਅਸੀਂ ਆਪਣੇ ਅੰਦਰ ਉਸ ਪ੍ਰਭੂ ਦੇ ਪਿਆਰ ਨੂੰ ਆਪਣੇ ਅੰਦਰ ਵਸਾ ਕੇ, ਆਪਣੀ ਸੁਰਤ ਨੂੰ ਉਹਦੇ ਨਾਲ ਟਿਕਾ ਕੇ, ਉਹਦੇ ਗੁਣਾਂ ਨੂੰ ਧਾਰਨ ਕਰਕੇ ਅਸੀਂ ਆਪਣਾ ਜੀਵਨ ਬਤੀਤ ਕਰਦੇ ਹਾਂ, ਤਾਂ ਫਿਰ ਅਸੀਂ ਉਹਦੇ ਵਰਗੇ ਬਣ ਜਾਂਦੇ। ਤੇ ਜਦੋਂ ਉਹਦੇ ਵਰਗੇ ਬਣ ਜਾਂਦੇ ਆ ਤੇ ਆਪ ਕਹਿੰਦੇ ਹਨ ਰਾਮ ਕਬੀਰਾ ਏਕ ਭਏ ਹੈ। ਏਕ ਦਾ ਭਾਵ ਹੈ ਕਿ ਇੱਕੋ ਜਿਹੇ ਹੋ ਗਏ ਨੇ, ਫਰਕ ਹੀ ਕੋਈ ਨਹੀਂ ਰਹਿ ਗਿਆ, ਕੋਈ ਨਾ ਸਕਿਆ ਪਛਾਣ। ਹੁਣ ਭਗਤ ਤੇ ਪ੍ਰਭੂ ਦੇ ਵਿੱਚ ਫਰਕ ਹੀ ਕੋਈ ਨਹੀਂ ਰਹਿ ਗਿਆ। ਉਹਦੇ ਨਾਲ ਪਿਆਰ ਕਰ, ਪਿਆਰ ਆਸ਼ਕ ਤੇ ਮਸ਼ੂਕ ਦੇ ਵਿੱਚ ਫਰਕ ਹੀ ਕੋਈ ਨਹੀਂ ਰਹਿ ਗਿਆ। ਜਿਹਦੇ ਨਾਲ ਅਸੀਂ ਪਿਆਰ ਕਰਨਾ ਹੈ, ਉਸ ਪਿਆਰੇ ਨਾਲ ਤੇ ਸਾਡੇ ਨਾਲ ਕੋਈ ਫਰਕ ਹੀ ਕੋਈ ਨਹੀਂ ਰਹਿ ਗਿਆ।
ਤੋ ਇਹਦੇ ਵਿੱਚ ਹੁਣ ਮਤਲਬ ਗੱਲ ਹੋ ਗਈ ਕਿ ਕਬੀਰ ਜੀ ਕਹਿੰਦੇ ਹਨ ਕਿ ਅਸੀਂ ਉਹਦੇ ਵਰਗੇ ਬਣਨਾ ਹੈ। ਇਸੇ ਤਰ੍ਹਾਂ ਹੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਹ 4 ਸ਼ਲੋਕ ਹਨ। ਆਪਾਂ ਇੱਥੇ ਹੁਣ ਸਮੇਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਡਿਸਕਸ ਨਹੀਂ ਕਰਦੇ। ਉਹਦੇ ਵਿੱਚ ਕਬੀਰ ਜੀ ਕਹਿੰਦੇ ਹਨ ਕਿ ਵੱਖੋ ਵੱਖ ਗੁਣ ਦੱਸੇ ਜਾਂਦੇ ਹਨ ਸਾਨੂੰ, ਸਾਡੇ 'ਚ ਨਿਮਰਤਾ ਹੋਣੀ ਚਾਹੀਦੀ ਹੈ, ਇਹ ਗੁਣ ਹੋਣਾ ਚਾਹੀਦਾ, ਇਹ ਗੁਣ ਹੋਣਾ ਚਾਹੀਦਾ। ਪਰ ਉਹ ਸਾਰੇ ਆਰਗੂਮੈਂਟਸ ਦੇ ਵਿੱਚੋਂ ਕੋਈ ਨਾ ਕੋਈ ਨੁਕਸ ਲੱਭ ਕੇ ਅਖੀਰ ਦੇ ਉੱਤੇ ਜਿਹੜਾ ਸਿੱਟਾ ਕੱਢਦੇ ਹਨ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਸ ਤਰ੍ਹਾਂ ਦਾ ਹਰੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਹਰੀ ਦੇ ਜਨ ਨੂੰ ਹੋਣਾ ਚਾਹੀਦਾ। ਜਿਹੜੀ ਗੱਲ ਉਹਨਾਂ ਨੇ ਪਹਿਲਾਂ ਕਹੀ ਹੈ ਕਿ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਤਾਂ ਫਿਰ ਇਹ ਗੱਲ ਜਿਹੜੀ ਹੈ ਇਹਦੇ ਵਿੱਚ ਕਿਸ ਤਰ੍ਹਾਂ ਕੰਮ ਚੱਲੇਗਾ? ਜਦੋਂ ਤੱਕ ਅਸੀਂ ਉਹਦੇ ਵਰਗੇ ਨਹੀਂ ਬਣਦੇ ਉਦੋਂ ਤੱਕ ਸਾਡਾ ਪਾਰ ਉਤਾਰਾ ਨਹੀਂ ਹੋਣਾ। ਤੋ ਕਬੀਰ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਧਨ ਧਨ ਤੇ ਜਨ ਪੁਰਖ ਸੁਭਾਗਾ। ਤੋ ਗੱਲ ਜਦੋਂ ਅਸੀਂ ਸਤ ਸੰਗਤ ਦੇ ਵਿੱਚ ਜਾਂਦੇ ਹਾਂ, ਉਹਦੇ ਨਾਲ ਪ੍ਰੇਮ ਕਰਨਾ ਸ਼ੁਰੂ ਕਰਦੇ ਹਾਂ, ਉਹਦੇ ਵਰਗੇ ਬਣਨਾ ਸ਼ੁਰੂ ਕਰਦੇ ਹਾਂ, ਤੇ ਫਿਰ ਅਸੀਂ ਉਹਦੇ ਵਰਗੇ ਬਣ ਸਕਦੇ। ਕਿਉਂਕਿ ਜਦੋਂ ਅਸੀਂ ਸੰਗਤ ਵਿੱਚ ਜਾ ਕੇ ਪਹਿਲਾ ਕੰਮ ਤੇ ਇਹ ਹੋਣਾ ਹੈ ਕਿ ਜਿਹੜੀ ਮਾਇਆ ਨੇ ਸਾਨੂੰ ਆਪਣੇ ਵਿੱਚ ਭੁਲੇਖਿਆਂ ਦੇ ਵਿੱਚ ਫਸਾਇਆ ਹੋਇਆ ਸੀ, ਅਸੀਂ ਉਹਨਾਂ ਦੇ ਵਿੱਚ ਹੀ ਲੱਗੇ ਹੋਏ ਸੀ, ਸਾਡਾ ਉਹਦੇ ਤੋਂ ਛੁਟਕਾਰਾ ਜਿਹੜਾ ਸੰਗਤ ਦੇ ਵਿੱਚ ਜਾ ਕੇ। ਕਿਉਂਕਿ ਇੱਕ ਜੀਵਨ ਦੀ ਪੱਧਤੀ ਹੈ ਜਿਹਦੇ ਵਿੱਚ ਅਸੀਂ ਪਰਮਾਤਮਾ ਨੂੰ ਆਪਣੇ ਜੀਵਨ ਦਾ ਕੇਂਦਰ ਬਣਾ ਕੇ ਜੀਵਨ ਜੀਵੀਏ, ਤੇ ਦੂਜੇ ਜੀਵਨ ਦਾ ਢੰਗ ਹੈ ਜਿਹਦੇ ਵਿੱਚ ਅਸੀਂ ਮਾਇਆ ਨੂੰ ਜਾਂ ਜਿਹੜਾ ਸਾਨੂੰ ਦੁਨੀਆ ਦਿਸ ਰਹੀ ਹੈ ਉਹਨੂੰ ਅਸੀਂ ਆਪਣੇ ਜੀਵਨ ਦਾ ਕੇਂਦਰ ਬਣਾ ਕੇ ਰੱਖੀਏ। ਹੁਣ ਇੱਕ ਨੂੰ ਅਸੀਂ ਕਹਿ ਸਕਦੇ ਹਾਂ ਵਰਲਡ ਸੈਂਟਰਿਕ ਲਾਈਫ, ਤੇ ਦੂਜੇ ਨੂੰ ਅਸੀਂ ਕਹਿ ਸਕਦੇ ਹਾਂ ਗੋਡ ਸੈਂਟਰਿਕ ਲਾਈਫ। ਜਦੋਂ ਅਸੀਂ ਦੁਨਿਆਵੀ ਜੀਵਨ ਜੀਣ ਲੱਗਿਆ, ਦੁਨੀਆ ਦੀਆਂ ਪਦਾਰਥਾਂ ਨੂੰ, ਦੁਨੀਆ ਦੀਆਂ ਚੀਜ਼ਾਂ, ਦੁਨੀਆ ਦੇ ਮਾਨ ਸਨਮਾਨ ਨੂੰ ਹੀ ਕੇਂਦਰ ਵਿੱਚ ਰੱਖ ਲੈਂਦੇ ਹਾਂ, ਉਸੇ ਨੂੰ ਹੀ ਵੈਲਿਊਏਬਲ ਸਮਝਦੇ ਰਹਿੰਦੇ ਹਾਂ, ਤਾਂ ਫਿਰ ਅਸੀਂ ਅਕਾਲ ਪੁਰਖ ਨਾਲ ਨਹੀਂ ਜੁੜ ਸਕਦੇ। ਤਾਂ ਜਦੋਂ ਅਸੀਂ ਮਾਇਆ ਦਾ ਤਿਆਗ ਕਰਾਂਗੇ, ਕਿਉਂਕਿ ਜੋ ਪਹਿਲੇ 2 ਅਵਸਥਾਵਾਂ ਕਬੀਰ ਜੀ ਨੇ 2 ਪੈਰਿਆਂ ਦੇ ਵਿੱਚ ਪਹਿਲਾਂ ਦੱਸੀਆਂ ਨੇ ਨਾ, ਜਿੱਥੇ ਉਹ ਲੈਣ ਦੇਣ ਦੀ ਵੀ ਗੱਲ ਕਰ ਰਿਹਾ ਤੇ ਸਾਰਾ ਕੁਝ ਕਰ ਰਿਹਾ, ਉਹ ਅਵਸਥਾ ਨੂੰ ਸਾਨੂੰ ਪਹਿਲੇ ਛੱਡਣਾ ਪਏਗਾ, ਤੇ ਐਸਾ ਛੱਡਣ ਦੇ ਵਾਸਤੇ ਸਾਨੂੰ ਸੰਗਤ ਦੇ ਵਿੱਚ ਜਾਣਾ ਪਏਗਾ। ਇਸੇ ਕਰਕੇ ਕਬੀਰ ਜੀ ਨੇ ਸੰਗਤ ਵਿੱਚ ਜਾਣ ਦੀ ਗੱਲ ਕੀਤੀ ਹੈ। ਹੁਣ ਮਾਇਆ ਤੋਂ ਛੁਟਕਾਰਾ ਬਾਣੀ ਸਾਨੂੰ ਦੱਸਦੀ ਹੈ ਕਿ ਸੰਗਤ ਦੇ ਵਿੱਚ ਜਾ ਕੇ ਵੀ ਸਾਡੇ ਮਨ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ ਕਿ ਅਸੀਂ ਮਾਇਆ ਤੋਂ ਸਹਿਜੇ ਹੀ ਛੁਟਕਾਰਾ ਪਾ ਸਕਦੇ। ਗੁਰਬਾਣੀ ਕਹਿੰਦੀ ਹੈ, ਇਹ ਸਾਜਨ ਕਛ ਕਰੋ ਉਪਾਇਆ, ਜਾਂ ਤੇ ਤਰੋਂ ਬਿਖਮ ਇਹ ਮਾਇਆ। ਕਿ ਭਾਈ ਮੈਨੂੰ ਦੱਸ, ਕੁਝ ਉਪਾਅ ਦੱਸ ਜਿਹਦੇ ਨਾਲ ਬੜੀ ਕਰੜੀ ਮਾਇਆ ਜਿਹੜੀ ਪਿੱਛਾ ਛੱਡਦੀ ਹੀ ਨਹੀਂ, ਇਹਦੇ ਤੋਂ ਮੈਂ ਕਿੱਦਾਂ ਤਰ ਜਾਵਾਂ, ਇਹਨੂੰ ਮੈਂ ਇਹਦੇ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਵਾਂ, ਇਹਦੇ ਤੋਂ ਉੱਪਰ ਉੱਠ ਜਾਵਾਂ। ਤੇ ਫਿਰ ਅੱਗੇ ਨਾਲ ਫਰਮਾਉਂਦੇ ਹਨ ਕਿ ਕਰ ਕਿਰਪਾ ਸਤ ਸੰਗ ਮਿਲਾਏ, ਨਾਨਕ ਤਾਂ ਕਿ ਨਿਕਟ ਨਾ ਮਾਏ। ਜਿਹਨੂੰ ਸੰਗਤ ਦੀ ਪ੍ਰਾਪਤੀ ਹੋ ਗਈ ਨਾ, ਸਤ ਸੰਗ ਦੀ ਪ੍ਰਾਪਤੀ ਹੋ ਗਈ, ਜਿੱਥੇ ਸਾਧੂ ਜਨ ਪ੍ਰਭੂ ਨਾਲ ਜੁੜੇ ਹੋਏ ਜਨ ਬੈਠ ਕੇ ਪ੍ਰਭੂ ਦੇ ਗੁਣ ਗਾਉਂਦੇ ਹਨ, ਉਹਦੇ ਗੁਣਾਂ ਦੀ ਵਿਚਾਰ ਕਰਦੇ ਹਨ, ਤਾਂ ਫਿਰ ਜਦੋਂ ਅਸੀਂ ਉਸ ਸਤ ਸੰਗਤ ਦੇ ਵਿੱਚ ਪਹੁੰਚ ਗਏ, ਉਹਦੇ ਨਾਲ ਜੁੜ ਗਏ, ਔਰ ਉਹਦੇ ਨਾਲ ਜੁੜ ਕੇ ਉਹਦੀ ਸਿੱਖਿਆ ਪ੍ਰਾਪਤ ਕਰਕੇ ਅਸੀਂ ਉਹੋ ਜਿਹਾ ਜੀਵਨ ਬਣਾਉਣਾ ਸ਼ੁਰੂ ਕਰ ਦਿੱਤਾ, ਤੇ ਫਿਰ ਸਾਨੂੰ ਤਾਂ ਕਿ ਨਿਕਟ ਨਾ ਮਾਏ, ਫਿਰ ਇਹ ਮਾਇਆ ਸਾਡੇ ਨੇੜੇ ਨਹੀਂ ਆਏਗੀ, ਫਿਰ ਇਹ ਸਾਡੀ ਸੇਵਕ ਬਣ ਜਾਏਗੀ, ਸਾਡੇ ਉੱਤੇ ਹੁਕੂਮਤ ਨਹੀਂ ਕਰ ਪਾਏ। ਇਸੇ ਤਰ੍ਹਾਂ ਹੀ ਇਹ ਕਹੇ ਹੁਣ ਸਤ ਸੰਗਤ ਦੀ ਗੱਲ ਜਿੱਥੋਂ ਤੱਕ ਆ ਗਈ, ਹੁਣ ਗੁਣਾਂ ਦਾ ਗਾਇਨ ਹੁੰਦਾ ਹੈ, ਜਿੱਥੇ ਗੁਣ ਗਾਏ ਜਾਂਦੇ ਨੇ ਉਹੀ ਸਤ ਸੰਗਤ ਹੈ। ਔਰ ਇਹ ਉਹ ਕਹਿੰਦੇ ਨੇ ਅਕਾਲ ਪੁਰਖ ਕਿਰਪਾ ਕਰੇ, ਇੰਨੀ ਸੋਝੀ ਆ ਜਾਏ ਤੇ ਫੇਰ ਹੀ ਜਾ ਕੇ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਕਰਮ ਹੋਵੇ ਸਤ ਸੰਗ ਮਿਲਾਏ, ਹਰ ਗੁਣ ਗਾਵੇ ਬੈਸ ਸੋ ਥਾਏ। ਜੇ ਉਹ ਅਕਾਲ ਪੁਰਖ ਦੀ ਕਿਰਪਾ ਨਾਲ ਸਤ ਸੰਗਤ ਦੀ ਪ੍ਰਾਪਤੀ ਹੋ ਜਾਏ ਤੇ ਫਿਰ ਹਰ ਗੁਣ ਗਾਵੇ, ਫਿਰ ਉਹਦੇ ਗੁਣਾਂ ਨਾਲ ਜੁੜਨ ਦਾ, ਉੱਥੇ ਬੈਠ ਕੇ ਸਤਸੰਗੀ ਜਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਹਨਾਂ ਦੀ ਮਦਦ ਦੇ ਨਾਲ, ਉਹਨਾਂ ਦੀ ਸਿੱਖਿਆ ਦੇ ਨਾਲ, ਉਹਨਾਂ ਦੀ ਪ੍ਰੇਰਨਾ ਦੇ ਨਾਲ ਹਰ ਗੁਣ ਗਾਵੇ ਦੀ ਅਵਸਥਾ ਆ ਜਾਵੇ। ਹੁਣ ਗੁਣਾਂ ਦਾ ਗਾਇਨ ਅਸੀਂ ਕਰਾਂਗੇ ਤੇ ਗੁਣ ਪ੍ਰਾਪਤ ਹੋਣਗੇ। ਤੇ ਜਦੋਂ ਉੱਤਮ ਸੰਗਤ ਦੇ ਵਿੱਚ, ਚੰਗੀ ਸੰਗਤ ਵਿੱਚ ਜਾ ਕੇ ਬੈਠਾਂਗੇ, ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ, ਫਿਰ ਜਿਹੜੇ ਸਾਡੇ ਅੰਦਰ ਔਗੁਣ ਹੈਗੇ ਨੇ ਉਹ ਧੋਪ ਜਾਣਗੇ ਸਤ ਸੰਗਤ ਵਿੱਚ ਜਾਣ ਦੀ ਕਿਰਪਾ ਦੇ ਨਾਲ,
ਤੇ ਗੁਣ ਕਉ ਧਾਵੈ, ਫਿਰ ਗੁਣ ਮਿਲਨੇ ਪ੍ਰਾਪਤ ਹੋਣੇ ਸ਼ੁਰੂ ਹੋ ਜਾਣ। ਜਿਵੇਂ ਇੱਕ ਹੋਰ ਥਾਂ ਤੇ ਵੀ ਕਿਹਾ, ਜਿਉ ਚੰਦਨ ਨਿਕਟ ਵਸੈ ਹਿਰੜ ਬਪੜਾ, ਤੇ ਉਹ ਸਤ ਸੰਗਤ ਮਿਲ ਪਤਿਤ ਪ੍ਰਵਾਨ। ਅਸੀਂ ਕਿੰਨੇ ਪਾਪੀ ਆ, ਕਿੰਨੇ ਔਗਣ ਕਰਨ ਵਾਲੇ ਆ, ਕਿੰਨੇ ਮੰਦੇ ਕਰਮ ਕਰਨ ਵਾਲੇ ਆ, ਕਿੰਨੇ ਨੀਵੇਂ ਆ, ਇਸ ਚੀਜ਼ ਨਾਲ ਫਰਕ ਨਹੀਂ ਪੈਣਾ। ਸਤ ਸੰਗਤ ਦੀ ਐਸੀ ਬਖਸ਼ਿਸ਼ ਹੈ ਕਿ ਜਿਹੜਾ ਸਤ ਸੰਗਤ ਨੂੰ ਮਿਲ ਗਿਆ, ਉਹ ਪਤਿਤ ਵੀ ਹੋਵੇ ਤੇ ਉਹ ਵੀ ਉਹ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਏ। ਸਤ ਸੰਗਤ ਹੀ ਇੱਕ ਐਸਾ ਰਸਤਾ ਹੈ ਜਿਹਦੇ ਨਾਲ ਅਸੀਂ ਆਪਣਾ ਇਹ ਜੀਵਨ ਸਫਲ ਕਰ ਸਕਦੇ ਹਾਂ। ਸਤ ਸੰਗਤ ਵਿੱਚ ਜਾ ਕੇ ਹੀ ਸਾਨੂੰ ਹਮੇਸ਼ਾ ਸੁਚੇਤ ਰਹਿ ਕੇ ਜੀਵਨ ਜੀਣ ਦੀ ਪ੍ਰੇਰਣਾ ਮਿਲਦੀ ਹੈ। ਸਤ ਸੰਗਤ ਵਿੱਚ ਹੀ ਰਹਿ ਕੇ ਸਾਨੂੰ ਪ੍ਰਭੂ ਦੇ ਗੁਣ ਪ੍ਰਾਪਤ ਹੁੰਦੇ ਹਨ। ਸਤ ਸੰਗਤ ਵਿੱਚ ਹੀ ਰਹਿ ਕੇ ਸਾਨੂੰ ਪ੍ਰਭੂ ਦੇ ਨਾਲ ਪ੍ਰੇਮ ਪ੍ਰਾਪਤ ਹੁੰਦਾ ਹੈ। ਤਾਂ ਕਬੀਰ ਜੀ ਕਹਿੰਦੇ ਹਨ ਕਿ ਸਤ ਸੰਗਤ ਦੇ ਵਿੱਚ ਜਾਓ, ਉਹ ਪ੍ਰਾਪਤ ਕਰਕੇ, ਤੇ ਜਦੋਂ ਤੁਸੀਂ ਉਹ ਕਮਾਈ ਸ਼ੁਰੂ ਕਰ ਦਿਓਗੇ ਤਾਂ ਫਿਰ ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੁੱਲ। ਤੇ ਅੰਤਲੇ ਬੰਦ ਵਿੱਚ ਕਬੀਰ ਜੀ ਫਰਮਾ ਰਹੇ ਹਨ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋੜਿਆ ਭਇਆ ਪਰਾਇਆ। ਹੁਣ ਇੱਥੇ ਜਾਗਤ ਸੋਇਆ ਕਿਹਾ ਕਿ ਮਨੁੱਖ ਜਾਗਦਾ ਹੋਇਆ ਵੀ ਸੁੱਤਾ ਰਹਿੰਦਾ। ਸੁੱਤਾ ਕਿਹਦੇ ਚ ਰਹਿੰਦਾ? ਮਾਇਆ ਦੀ ਨੀਂਦ। ਹੁਣ ਪਤਾ ਹੈ ਮੈਂ ਜਗਤ ਦੇ ਵਿੱਚ ਕੀ ਕਰਨ ਆਇਆ, ਮੈਂ ਇੱਥੇ ਕੀ ਕੰਮ ਕਰਨਾ ਹੈ, ਇੰਨੀ ਕੁ ਜਾਗਰਤ ਅਵਸਥਾ ਤਾਂ ਹੈ ਕਿ ਮੈਨੂੰ ਸੋਝੀ ਹੈ, ਪਰ ਉਹ ਸੋਝੀ ਸਾਡੇ ਜੀਵਨ ਦੀ ਪ੍ਰੈਕਟਿਸ ਦੇ ਵਿੱਚ ਨਹੀਂ ਆਈ। ਅਸੀਂ ਜਾਗਦੇ ਹੋਏ ਵੀ ਸੁੱਤੇ ਹੋਏ ਹਾਂ, ਪਤਾ ਹੁੰਦੇ ਹੋਏ ਵੀ ਮਾਇਆ ਦੀ ਨੀਂਦ ਵਿੱਚ ਹਾਂ। ਪਤਾ ਸਭ ਕੁਝ ਹੈ ਸਾਨੂੰ, ਜਾਗਦੇ ਹਾਂ ਪਰ ਮਾਇਆ ਦੀ ਨੀਂਦ ਦੇ ਵਿੱਚ ਸੁੱਤੇ ਹੋਏ ਹਾਂ। ਤੇ ਇਹੋ ਜਿਹੇ ਵਿਅਕਤੀ ਬਾਰੇ ਉਹ ਕਹਿੰਦੇ ਹਨ ਕਿ ਜਨਮ ਗਵਾਇਆ। ਜਿਹੜਾ ਜਾਗਦਾ ਹੋਇਆ ਵੀ ਸੁੱਤਾ ਰਹਿੰਦਾ ਹੈ, ਉਹ ਵੀ ਜਨਮ ਗਵਾਉਂਦਾ ਹੀ ਹੈ। ਇੱਕ ਤਾਂ ਉਹ ਹੈ ਜਿਹਨੂੰ ਸੋਝੀ ਨਹੀਂ ਹੈ, ਜਿਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਕੀ ਕਰਨਾ, ਉਹਦਾ ਜਨਮ ਤੇ ਅਜਾਈ ਜਾਏਗਾ ਹੀ ਜਾਏਗਾ। ਪਰ ਜੇ ਪਤਾ ਹੁੰਦੇ ਸੁਣਦੇ ਵੀ ਅਸੀਂ ਮਾਇਆ ਦੇ ਵਿੱਚ ਮਗਨ ਹੋ ਜਾਏ ਤਾਂ ਫਿਰ ਵੀ ਜਨਮ ਗਵਾਏਗਾ। ਕਿਉਂ? ਮਾਲ ਧਨ ਜੋੜਿਆ ਭਇਆ ਪਰਾਇਆ। ਜਦੋਂ ਮਾਇਆ ਦੀ ਨੀਂਦ ਆ ਗਈ, ਮਾਇਆ ਵਿੱਚ ਰੁੱਝ ਗਏ, ਤੇ ਫਿਰ ਅਸੀਂ ਕਰਨਾ ਕੀ? ਇਹ ਦੁਨਿਆਵੀ ਚੀਜ਼ਾਂ ਹੀ ਇਕੱਤਰ ਕਰਨੀਆਂ ਨੇ ਨਾ। ਅਸੀਂ ਮਾਇਆ, ਸਰਮਾਇਆ, ਅਹੁਦੇ, ਦੁਨੀਆ, ਪ੍ਰਾਪਰਟੀਜ਼, ਇਹ ਸਾਰੀਆਂ ਚੀਜ਼ਾਂ ਅਸੀਂ ਸਾਰੀ ਉਮਰ ਇਕੱਠੇ ਕਰਦੇ ਰਹਿੰਦੇ ਆ, ਪਰ ਇਹ ਤਾਂ ਪਰਾਇਆ ਹੋ ਜਾਣਾ। ਕਿਉਂਕਿ ਪਹਿਲੇ ਸਾਨੂੰ ਕਬੀਰ ਜੀ ਨੇ ਵਾਰਨ ਕਰ ਦਿੱਤਾ ਵੀ ਜਦੋਂ ਜਾਣ ਦਾ ਟਾਈਮ ਆਣਾ, ਉਦੋਂ ਤੇ ਘੜੀ ਵੀ ਨਹੀਂ ਲੱਗਣੀ, ਉਦੋਂ ਤੇ ਸਕਿੰਟਾਂ ਦਾ ਮਸਲਾ, ਉਦੋਂ ਪਤਾ ਹੀ ਨਹੀਂ ਲੱਗਣਾ ਕਦੋਂ ਤੁਰ ਪੈਣਾ ਅਸੀਂ। ਤੇ ਜਦੋਂ ਸਮਾਂ ਪੂਰਾ ਹੋ ਗਿਆ, ਉਸ ਤੋਂ ਬਾਅਦ ਕੁਝ ਵੀ ਨਹੀਂ ਮਿਲਣਾ ਸਾਨੂੰ ਸਮਾਂ। ਤੇ ਜੋ ਹੋਇਆ, ਮਾਲ ਧਨ ਜੋੜਿਆ ਭਇਆ ਪਰਾਇਆ, ਇੱਕ ਸਕਿੰਟ ਵਿੱਚ ਸਾਰਾ ਕੁਝ ਪਰਾਇਆ ਹੋ ਜਾਣਾ, ਸਭ ਕੁਝ ਬੇਗਾਨਾ ਹੋ ਜਾਣਾ, ਕਿਉਂਕਿ ਉਸ ਤੋਂ ਬਾਅਦ ਉਹਦੇ ਨਵੇਂ ਮਾਲਕ ਆ ਜਾਣੇ ਨੇ। ਕਹੋ ਕਬੀਰ ਤੇਈ ਨਰ ਭੁੱਲੇ, ਖਸਮ ਵਿਸਾਰ ਮਾਟੀ ਸੰਗ ਰੁਲੇ। ਇਹ ਭੁੱਲੇ ਲਫ਼ਜ਼ ਇੱਥੇ ਕਬੀਰ ਜੀ ਨੇ ਵਰਤਿਆ। ਕਬੀਰ ਜੀ ਕਹਿੰਦੇ ਹਨ ਕਿ ਹੇ ਕਬੀਰ, ਤੂੰ ਕਹਿ, ਸਮਝਾ, ਸਾਰਿਆਂ ਨੂੰ ਸੁਣਾ ਉੱਚੀ ਉੱਚੀ ਬੋਲ ਕੇ ਕਿ ਤੇਈ ਨਰ ਭੁੱਲੇ। ਉਹ ਜਿਹੜੇ ਬੰਦੇ ਨੇ ਉਹ ਭੁੱਲ ਗਏ ਆ, ਉਹ ਖੁੰਝ ਗਏ ਹਨ, ਉਹ ਜੋ ਕੁਝ ਵੀ ਕਰ ਰਹੇ ਸਨ ਉਹਦੇ ਵਿੱਚ ਉਹ ਬਿਲਕੁਲ ਭੁੱਲ ਗਏ ਹਨ। ਖਸਮ ਵਿਸਾਰ ਮਾਟੀ ਸੰਗ ਰੁਲੇ। ਕਿਉਂਕਿ ਜਿਨ੍ਹਾਂ ਨੇ ਪ੍ਰਭੂ ਪਤੀ ਨੂੰ ਵਿਸਾਰ ਦਿੱਤਾ ਹੈ, ਉਹਦੀ ਪ੍ਰਾਪਤੀ ਲਈ ਕੋਈ ਯਤਨ ਨਹੀਂ ਕੀਤੇ, ਪ੍ਰਭੂ ਦੇ ਨਾਲ ਜੁੜੇ ਨਹੀਂ, ਉਹਦੇ ਗੁਣ ਨਹੀਂ ਗਾਏ, ਉਹਦੇ ਗੁਣਾਂ ਨਾਲ ਨਹੀਂ ਜੁੜੇ, ਭਾਵ ਉਹ ਸਤਸੰਗਤ ਦੇ ਵਿੱਚ ਨਹੀਂ ਗਏ, ਤੇ ਖਸਮ ਵਿਸਾਰ ਮਾਟੀ ਸੰਗ ਰੁਲੇ, ਉਹ ਮਿੱਟੀ 'ਚ ਰੁਲ ਗਏ ਨੇ। ਇਹ ਜਨਮ ਮਿੱਟੀ ਵਿੱਚ ਹੀ ਰੁਲ ਗਿਆ। ਇਹ ਜਿਹੜਾ ਹੀਰੇ ਵਰਗਾ ਜਨਮ ਹੈ, ਇਹ ਸਾਨੂੰ ਪ੍ਰਾਪਤ ਹੋਇਆ। ਦੁਨੀਆ ਦੀ ਸਭ ਤੋਂ ਉੱਚੀ ਜੂਨ ਸਾਨੂੰ ਅਕਾਲ ਪੁਰਖ ਨੇ ਬਖਸ਼ੀ ਹੈ, ਇਹ ਅਸੀਂ ਗਵਾ ਕੇ ਫਿਰ ਮਿੱਟੀ 'ਚ ਰੋਲਣ ਵਾਲੀ ਗੱਲ ਹੋ ਗਈ। ਜੋ ਕੁਝ ਅਸੀਂ ਕਮਾਇਆ ਸੀ ਉਹ ਤੇ ਭਇਆ ਪਰਾਇਆ ਹੋ ਗਿਆ, ਤੇ ਬਾਕੀ ਬਚਿਆ ਕੀ? ਜਿਹੜੀ ਕਮਾਈ ਕਰਨੀ ਸੀ ਉਹ ਤਾਂ ਅਸੀਂ ਕੀਤੀ ਕੋਈ ਨਾ। ਤੇ ਜੇ ਅਸੀਂ ਪ੍ਰਭੂ ਨਾਲ ਨਹੀਂ ਜੁੜੇ, ਖਸਮ ਵਿਸਾਰ ਮਾਟੀ ਸੰਗ ਰੁਲੇ, ਉਹ ਸਾਰਾ ਆਪਣਾ ਜਨਮ ਜਿਹੜਾ ਹੈ ਉਹ ਵਿਅਰਥ ਗਵਾ ਲੈਣਗੇ। ਤਾਂ ਇਸ ਕਰਕੇ ਜਾਗਤ ਸੋਇਆ, ਜਾਗ ਕੇ ਵੀ ਸੌਣ ਵਾਲੀ ਅਵਸਥਾ ਨਹੀਂ ਹੋਣੀ ਚਾਹੀਦੀ। ਹੁਣ ਇਹਦਾ ਮਤਲਬ ਕਿ ਅਸੀਂ ਇੰਟੈਲੈਕਚੁਅਲੀ ਤਾਂ ਗੱਲ ਸਮਝ ਲਈ ਕਿ ਸਾਨੂੰ ਕੀ ਕਰਨਾ ਚਾਹੀਦਾ, ਸਾਡੇ ਜੀਵਨ ਦਾ ਮਨੋਰਥ ਕੀ ਹੈ। ਇਹ ਇੰਟੈਲੈਕਚੁਅਲੀ ਅਸੀਂ ਮੈਂਟਲੀ ਤਾਂ ਇਹ ਗੱਲ ਨੂੰ ਸਮਝ ਲਿਆ, ਪਰ ਇਹ ਸਾਡੀ ਪ੍ਰੈਕਟਿਸ ਵਿੱਚ ਨਹੀਂ ਆਈ, ਸਾਡੇ ਅਨੁਭਵ ਵਿੱਚ ਨਹੀਂ ਆਈ, ਸਾਡਾ ਜੀਵਨ ਹੋ ਜਿਹਾ ਤਬਦੀਲ ਨਹੀਂ ਹੋਇਆ। ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਇਹ ਗੱਲ ਬੈਠ ਜਾਏਗੀ, ਸਮਝ ਚੰਗੀ ਤਰ੍ਹਾਂ ਲੱਗ ਜਾਏਗੀ, ਸਾਡੇ ਅਨੁਭਵ ਦਾ ਹਿੱਸਾ ਬਣ ਜਾਏਗੀ, ਤਾਂ ਫਿਰ ਸਾਡਾ ਜੀਵਨ ਬਦਲ ਜਾਏ।
ਫਿਰ ਜਾਗਤ ਸੋਇਆ ਨਹੀਂ ਹੋਏਗਾ, ਫਿਰ ਅਸੀਂ ਸੁਚੇਤ ਹੋ ਕੇ ਉਹ ਜੀਵਾਂਗੇ। ਫਿਰ ਆਪਣੇ ਜੀਵਨ ਨੂੰ ਸੁਚੇਤ, ਫਿਰ ਜਾਗ ਕੇ ਸੌਣ ਵਾਲੀ ਗੱਲ ਨਹੀਂ ਆਏਗੀ। ਫਿਰ ਸੁਚੇਤ ਹੋ ਕੇ ਅਸੀਂ ਆਪਣਾ ਜੀਵਨ ਜੀਵਾਂਗੇ, ਤੇ ਫਿਰ ਸੁਚੇਤ ਹੋ ਕੇ ਜਦੋਂ ਜੀਵਨ ਜੀਵਾਂਗੇ, ਪ੍ਰਭੂ ਦੇ ਨਾਲ ਜੁੜ ਕੇ ਜੀਵਾਂਗੇ, ਚੰਗੇ ਤਰੀਕੇ ਨਾਲ ਜਦੋਂ ਜੀਵਨ ਜੀਵਾਂਗੇ, ਤੇ ਫਿਰ ਸਾਡੀ ਉਹ ਜਨਮ ਗਵਾਇਆ ਮਾਟੀ ਸੰਗ ਰੁੱਲੇ ਵਾਲੀ ਗੱਲ ਨਹੀਂ ਹੋਈ। ਫਿਰ ਇਹ ਜਨਮ ਅਸੀਂ ਸਫਲਾ ਕਰ ਜਾਵਾਂਗੇ। ਹੁਣ ਜਿਹੜੇ ਭੁੱਲੇ ਹੋਏ ਹਨ, ਖੁੰਝੇ ਹੋਏ ਹਨ, ਉਹ ਸਾਡੇ ਵਰਗੇ ਹੀ ਲੋਕ ਹਨ, ਜਿਨ੍ਹਾਂ ਨੂੰ ਇੰਟੈਲੈਕਚੁਅਲੀ ਤਾਂ ਪਤਾ ਹੈ ਕਿ ਮੇਰੇ ਜੀਵਨ ਦਾ ਮਨੋਰਥ ਕੀ ਹੈ। ਪਰ ਜਦੋਂ ਜੀਵਨ ਨੂੰ ਜੀਣ ਦਾ ਸਮਾਂ ਆਉਂਦਾ ਹੈ, ਅਸੀਂ ਫਿਰ ਉਸੇ ਤਰ੍ਹਾਂ ਹੀ ਜੀਵਨ ਜੀਣਾ ਸ਼ੁਰੂ ਕਰ ਦਿੰਦੇ ਹਾਂ ਕਿ ਵੀ ਜਿਵੇਂ ਅਸੀਂ ਪਹਿਲਾਂ ਜੀਂਦੇ ਸੀ, ਜਾਂ ਜਿਵੇਂ ਇੱਕ ਆਮ ਅਣਜਾਣ ਮਨੁੱਖ ਜੀਂਦਾ ਹੈ, ਜਾਂ ਮਾਇਆ ਵਿਹੜਿਆ ਮਨੁੱਖ ਜੀਂਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਹੜਾ ਦੁਨੀਆ ਦੇ ਵਿੱਚ ਗਲਤਾਨ ਹੈ, ਮਾਇਕ ਪਦਾਰਥਾਂ ਦੇ ਵਿੱਚ ਗਲਤਾਨ ਹੈ। ਜੀਵਨ ਸਾਡਾ ਉਦਾਂ ਦਾ ਉਦਾਂ ਹੀ ਰਿਹਾ। ਤਾਂ ਫਿਰ ਇਹ ਪਤਾ ਹੋਣ ਦਾ ਕਿ ਭਈ ਪ੍ਰਾਪਤ ਗੋਬਿੰਦ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਗੱਲ ਪਤਾ ਹੋਣ ਦਾ ਫਾਇਦਾ ਕੀ ਹੋਇਆ ਜੇ ਸਾਡੇ ਜੀਵਨ ਦੇ ਵਿੱਚ ਇਹ ਨਹੀਂ ਹੈ। ਤੇ ਜੀਵਨ ਵਿੱਚ ਕਦੋਂ ਆਏਗੀ? ਜਦੋਂ ਅਸੀਂ ਸਤ ਸੰਗਤ ਦੇ ਵਿੱਚ ਜਾਵਾਂ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਦੋਂ ਅਸੀਂ ਸੰਗਤ ਦੇ ਵਿੱਚ ਜਾਵਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਣੀ ਹੈ। ਫਿਰ ਜਾਗਤ ਸੋਇਆ ਦੀ ਅਵਸਥਾ ਨਹੀਂ ਆਏਗੀ। ਜੇ ਜਾਗਦੇ ਵੀ ਅਸੀਂ ਸੌਂ ਗਏ ਤਾਂ ਫਿਰ ਫਰਕ ਕੋਈ ਨਹੀਂ, ਜਨਮ ਤਾਂ ਫਿਰ ਵੀ ਗਵਾਇਆ, ਫਿਰ ਮਿੱਟੀ 'ਚ ਅਸੀਂ ਫਿਰ ਵੀ ਰੁਲ ਗਏ। ਅਗਿਆਨੀ ਹੋ ਕੇ ਵੀ ਮਿੱਟੀ 'ਚ ਰੁਲਣਾ ਸੀ, ਤੇ ਜਾਗਤ ਅਵਸਥਾ ਜਾਂ ਗਿਆਨ ਪ੍ਰਾਪਤ ਕਰਕੇ ਵੀ ਮਿੱਟੀ 'ਚ ਰੁਲ ਗਏ ਤਾਂ ਫਿਰ ਕੀ ਫਾਇਦਾ ਹੈ? ਤੇ ਇਹਦਾ ਰਸਤਾ ਕੀ ਹੈ? ਉਹ ਕਬੀਰ ਜੀ ਨੇ ਸਾਨੂੰ ਪਹਿਲਾਂ ਸਮਝਾਇਆ ਕਿ ਸਾਧ ਸੰਗ ਜਾਂ ਕਉ ਹਰ ਰੰਗ ਲਾਗਾ, ਧਨ ਧਨ ਸੇ ਜਨ ਪੁਰਖ ਸੁਭਾਗਾ। ਸੋ ਜੀਵਨ ਨੂੰ ਸਫਲ ਕਰਨ ਦੀ ਜਿਹੜੀ ਕੁੰਜੀ ਹੈ ਉਹ ਇੱਥੇ ਹੈ ਕਿ ਸਤ ਸੰਗਤ ਦੇ ਵਿੱਚ ਜਾ ਕੇ ਉਸ ਪ੍ਰਭੂ ਦੇ ਪ੍ਰੇਮ ਦੇ ਵਾਲੇ ਬਣੀਏ। ਉਹਨਾਂ ਦੇ ਸਾਧੂ ਪੁਰਸ਼ਾਂ ਦੀ ਸੰਗਤ ਦੇ ਵਿੱਚ ਬੈਠ ਕੇ ਪ੍ਰਭੂ ਦੇ ਗੁਣ ਗਾਈਏ, ਆਪਣੇ ਮਨ ਨੂੰ ਪ੍ਰਭੂ ਦੇ ਪ੍ਰੇਮ ਦੇ ਨਾਲ ਜੋੜੀਏ, ਪ੍ਰਭੂ ਦਾ ਪ੍ਰੇਮ ਆਪਣੇ ਹਿਰਦੇ 'ਚ ਵਸਾਈਏ। ਜਦੋਂ ਉਹਦਾ ਰੰਗ ਸਾਡੇ ਉੱਤੇ ਚੜ ਗਿਆ ਤਾਂ ਫਿਰ ਅਸੀਂ ਸੁਭਾਗੇ ਹੋ ਸਕਦੇ, ਫਿਰ ਸੁਭਾਗੇ ਹੋ ਜਾਵਾਂਗੇ। ਤੇ ਫਿਰ ਕੀ ਹੋਏਗਾ ਕਿ ਫਿਰ ਅਸੀਂ ਦੁਨੀਆ ਦੇ ਜੀਵਨ ਦੇ ਵਿੱਚ ਵੀ ਸਾਡਾ ਜੀਵਨ ਵੀ ਬੜਾ ਸੌਖਾ ਹੋ ਜਾਏਗਾ, ਸਾਡਾ ਜੀਵਨ ਵੀ ਬੜਾ ਸੁਹੇਲਾ ਹੋ ਜਾਏਗਾ। ਤੇ ਉਸ ਅਕਾਲ ਪੁਰਖ ਦੀ ਹਜ਼ੂਰੀ, ਉਹ ਜੋ ਸਾਡੇ ਅੰਦਰ ਬੈਠਾ ਹੈ, ਸਦਾ ਸਾਡੇ ਅੰਦਰ ਹੈ, ਉਹਦੀ ਹਜ਼ੂਰੀ ਵੀ ਸਾਨੂੰ ਪ੍ਰਾਪਤ ਹੋ ਜਾਏਗੀ, ਤੇ ਉਹਦੀ ਹਜ਼ੂਰੀ 'ਚ ਵੀ ਅਸੀਂ ਪ੍ਰਵਾਨ ਹੋ ਜਾਵਾਂਗੇ। ਭਾਵ ਕਿ ਅਸੀਂ ਜਦੋਂ ਸਾਡਾ ਜੀਵਨ ਸਵਰ ਜਾਏਗਾ, ਚੰਗਾ ਬਣ ਜਾਏਗਾ, ਤਾਂ ਫਿਰ ਸੁਹੇਲੇ ਹੋ ਜਾਵਾਂਗੇ। ਜਨਮ ਪਦਾਰਥ ਜੀਤ ਅਮੁੱਲੇ। ਫਿਰ ਅਸੀਂ ਇਹ ਜਨਮ ਦੇ ਵਿੱਚ ਜੋ ਕੰਮ ਕਰਨ ਆਏ ਆ ਉਹ ਪ੍ਰਾਪਤੀ ਕਰ ਲਵਾਂਗੇ। ਜਗਤ ਦੇ ਵਿੱਚ ਆ ਕੇ ਜੋ ਸਾਨੂੰ ਟੀਚਾ ਮਿਲਿਆ ਸੀ, ਜੋ ਮਨੋਰਥ ਮਿਲਿਆ ਸੀ, ਉਹਨੂੰ ਪੂਰਾ ਕਰ ਲਵਾਂਗੇ। ਇਉਂ ਕਹਿ ਲਓ ਕਿ ਫਿਰ ਅਸੀਂ ਇਸ ਜਨਮ ਨੂੰ ਜਿੱਤ ਕੇ ਫਿਰ ਅੱਗੇ ਜਾਵਾਂਗੇ। ਇਸ ਜਨਮ ਤੋਂ ਜਦੋਂ ਅਸੀਂ ਰੁਖਸਤ ਹੋਵਾਂਗੇ, ਜਦੋਂ ਸਾਡਾ ਅੰਤਮ ਸਮਾਂ ਆਏਗਾ, ਉਦੋਂ ਫਿਰ ਜਨਮ ਪਦਾਰਥ ਜੀਤ ਅਮੁੱਲ। ਫਿਰ ਅਸੀਂ ਇੱਕ ਸਫਲ ਵਿਦਿਆਰਥੀ ਦੀ ਤਰ੍ਹਾਂ ਇਸ ਕਲਾਸ ਚੋਂ, ਇਸ ਪ੍ਰੀਖਿਆ ਚੋਂ ਨਿਕਲ ਕੇ ਜਾਵਾਂਗੇ। ਤੇ ਫਿਰ ਸਾਡਾ ਈਤ ਊਤ ਜਨ ਸਦਾ ਸੁਹੇਲੇ ਵਾਲੀ ਅਵਸਥਾ ਆ ਜਾਏਗੀ। ਅਨੇਕਾਂ ਭੁੱਲਾਂ ਹੋ ਗਈਆਂ ਹਨ ਜੀ, ਵਿਚਾਰ ਕਰਦੇ ਹਾਂ, ਸ਼ਬਦ ਕੁ ਸ਼ਬਦ ਵੀ ਬੋਲੇ ਗਏ ਹੋਣਗੇ, ਆਪ ਜੀ ਖਿਮਾ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।